जी। वह प्रगट्यो मर्द अगमड़ा, वरयाम अकेला, वाह वाह गोबिंद सिंह, आपे गुरु चेला। पीवो पाहुल खंड तार होए जन्म सुहेला, वाह वाह गोबिंद सिंह, आपे गुरु चेला। वाह वाह गोबिंद सिंह, आपे गुरु चेला। जागदी जोत रूहानीयत के मालक शब्द गुरु धन धन साहिब श्री गुरु ग्रंथ साहब महाराज जी की पावन पवित्र पाक हजूरी दे विच सुभाईमान होए बैठे सतसंगी जनों, अज आपां अमृत के दाते दुष्ट दमन कलगीधर पिता गुरु गोबिंद सिंह महाराज जी दे ज्योति जोत समाउण पुरब ते विचार करांगे, क्योंकि अज उन्हां दा ज्योति जोत समाउण दा पुरब है। भावें स्थान ते लड़ीवार विचारां चल रहीआं हन, पर दास ने समझिया कि जरूरी है कि सतगुरु जी दे ज्योति जोत समाउण ते संगतां दे नाल विचार साझे करिए कि गुरु साहब जी किवें ज्योति जोत समाए और सानू की उपदेश करके गए, उस बाबत अज आपां विचारांगे। सारियां संगतां मनोवृत्तियां एकाग्र करो। धन श्री गुरु ग्रंथ साहब महाराज के चरनां झुकाओ शीस। साहिबे कमाल सरबंस दानी अमृत के दाते दुष्ट दमन आपे गुरु चेला। कलगीधर पिता गुरु गोबिंद सिंह महाराज की बख्शी पावन फतेह की सांझ पाओ। आखो जी वाहिगुरु जी का खालसा वाहिगुरु जी की फतेह। जदों असी दसवें पातशाह गुरु गोबिंद सिंह महाराज के जीवन नूं पढ़ते हाँ, सुनते हाँ, ते आप जी ने इस संसार दे विच सरीरक तौर तो 42 साल इस धरती ते रहे, पर सतगुरु जी ने जो कारनामे कीते, जो काम कीते, और जिस तरह इस जगत तमाशे नूं 10वें पातशाह ने देखा और जगत तमाशा समझ के सानू जीवन की जिहड़ी जुगत बख्शी है, ऐसे सतगुरु जी का प्रकाश 1666 दे विच पटना साहब जी की पावन धरती माता गुजर कौर जी की कुख ते पिता धन गुरु तेग बहादुर महाराज के गृह विखे होया। गुरु तेग बहादुर महाराज जी ने आप जी का नाम गोबिंद राय रखिया। आप जी जदों 9 सालां दे होए तां आप जी ने अपने पिता नूं
ਦੇਸ਼ ਦੀ ਰੱਖਿਆ ਵਾਸਤੇ ਤੋਰਿਆ। ਔਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਕ ਮਹਾਨ ਕੁਰਬਾਨੀ ਕੀਤੀ। ਔਰ ਇਹ ਗੱਲ ਕਹਿਣੀ ਪਈ ਸਤਿਗੁਰੂ ਜੀ ਨੂੰ, ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈਂ ਸਾਕਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀ ਨਾ ਉਚਰੀ। ਸਤਿਗੁਰੂ ਜੀ ਨੇ ਸੀ ਨਾ ਉਚਰੀ, ਸੀਸ ਦੇ ਦਿੱਤਾ। ਆਪ ਜੀ 1675 ਦੇ ਵਿੱਚ ਜਦੋਂ ਆਪ ਜੀ ਦੀ 9 ਸਾਲਾਂ ਦੀ ਆਰਜਾ ਹੈ, ਉਸ ਵੇਲੇ ਆਪ ਜੀ ਗੁਰਗੱਦੀ ਤੇ ਵਿਰਾਜਮਾਨ ਹੋਏ। ਜਦੋਂ ਆਪ ਜੀ ਗੁਰਗੱਦੀ ਤੇ ਬੈਠੇ ਨੇ, ਆਪ ਜੀ ਦਾ ਨਾਮ ਗੋਬਿੰਦ ਰਾਏ ਹੈ। ਗੋਬਿੰਦ ਰਾਏ ਦੇ ਰੂਪ ਵਿੱਚ ਗੁਰੂ ਨਾਨਕ ਦੀ ਗੱਦੀ ਦੇ 10ਵੇਂ ਵਾਰਿਸ ਨੇ, ਤੇ ਆਪ ਜੀ ਨੇ ਇਸ ਪੰਥ ਦੀ ਚੜ੍ਹਦੀ ਕਲਾ ਵਾਸਤੇ ਬਹੁਤ ਸਾਰੇ ਕਾਰਜ ਕੀਤੇ, ਜਿਵੇਂ ਕਿ ਪੋਟਾ ਸਾਹਿਬ ਨਗਰ ਬਸਾਉਣਾ, ਅਨੰਦਪੁਰ ਸਾਹਿਬ ਦੇ ਵਿੱਚ ਹੋਰ ਵਿਸਥਾਰ ਕਰਨਾ, ਇੱਥੇ ਕਿਲੇ ਬਣਵਾਉਣੇ, ਕਿਉਂਕਿ ਆਉਣ ਵਾਲੇ ਹਾਲਾਤ ਇਹ ਗੱਲ ਦੱਸ ਰਹੇ ਹਨ ਕਿ ਇਹ ਹਾਲਾਤ ਬੜੇ ਨਾਜ਼ੁਕ ਨੇ। ਕਿਉਂਕਿ ਇਤਨਾ ਵੱਡਾ ਫੈਸਲਾ ਲੈਣਾ ਜਨਤਾ ਦੇ ਹਿੱਤ ਵਿੱਚ, ਤੇ ਕਦੀ ਵੀ ਬਾਦਸ਼ਾਹ ਨਹੀਂ ਚਾਹੁੰਦੇ ਕਿ ਕੋਈ ਬੰਦਾ ਜਨਤਾ ਦੇ ਹਿੱਤ ਵਿੱਚ ਖੜਾ ਹੋਵੇ। ਬਾਦਸ਼ਾਹ ਇਹ ਤਾਂ ਚਾਹੁੰਦੇ ਨੇ ਵੀ ਕੋਈ ਪੀਰ ਪੈਗੰਬਰ ਹੋਵੇ ਤੇ ਸਾਡੇ ਪਾਸੇ ਖੜਾ ਹੋਵੇ, ਪਰ ਉਹ ਕਦੀ ਇਹ ਨਹੀਂ ਚਾਹੁੰਦੇ ਕਿ ਉਹ ਜਨਤਾ ਵਾਲੇ ਪਾਸੇ ਖੜਾ ਹੋਵੇ, ਆਮ ਪਬਲਿਕ ਵਾਲੇ ਪਾਸੇ ਖੜਾ ਹੋਵੇ। ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਕੁਰਬਾਨੀ ਇਸ ਗੱਲ ਦਾ ਪ੍ਰਤੀਕ ਹੈ ਕਿ ਉਹਨਾਂ ਨੇ ਗਰੀਬਾਂ ਨੂੰ ਚੁਣਿਆ, ਜਨਤਾ ਨੂੰ ਚੁਣਿਆ, ਬਾਦਸ਼ਾਹ ਨੂੰ ਨਹੀਂ ਚੁਣਿਆ। ਪਾਓ ਕਿ ਉਹ ਜਨਤਾ ਵੱਲ ਹੋ ਕੇ ਉਹਨਾਂ ਦੀ ਪੈਰਵੀ ਕਰਦੇ ਹੋਏ ਸ਼ਹਾਦਤ ਦੇ ਦਿੱਤੀ, ਪਰ ਉਹਨਾਂ ਦਾ ਧਰਮ ਨਹੀਂ ਬਦਲਣ ਦਿੱਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇਹਨਾਂ ਸਾਰੀ ਚੀਜ਼ਾਂ ਨੂੰ ਵੇਖਦਿਆਂ ਖਾਲਸਾ ਪੰਥ ਦੇ ਉਸ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ, ਜਿਹੜੇ ਘੋੜਸਵਾਰੀ, ਨੇਜਾਬਾਜੀ ਜਾਂ 2200 ਘੋੜਸਵਾਰ ਹਰਗੋਬਿੰਦ ਪਾਤਸ਼ਾਹ ਜੀ ਦੇ ਨਾਲ ਰਹਿੰਦੇ ਸਨ, ਗੁਰੂ ਹਰਿਰਾਏ ਪਿਤਾ ਮਹਾਰਾਜ ਦੇ ਨਾਲ ਰਹਿੰਦੇ ਸਨ, ਗੁਰੂ ਹਰਕ੍ਰਿਸ਼ਨ ਪਿਤਾ ਮਹਾਰਾਜ ਦੇ ਨਾਲ ਰਹਿੰਦੇ ਸਨ। ਉਹ ਫੌਜਾਂ ਤਿਆਰ ਪਰ ਤਿਆਰ ਨੇ, ਭਾਵੇਂ ਕੁਝ ਕਾਰਨਾਂ ਕਰਕੇ ਸਾਰੀ ਫੌਜ ਨੂੰ ਇਕੱਠਾ ਨਹੀਂ ਰੱਖਿਆ ਜਾ ਸਕਦਾ। ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਵੱਲ ਗਏ ਨੇ ਤੇ ਆਪਣੀ ਫੌਜ ਲੈ ਕੇ ਨਾਲ ਨਹੀਂ ਗਏ, ਪਰ ਕੁਝ ਮੁਖੀ ਸਿੱਖ ਨੇ ਨਾਲ ਆਪ ਜੀ ਦੇ। ਔਰ ਜਦੋਂ 10ਵੇਂ ਪਾਤਸ਼ਾਹ ਨੇ ਵੇਖਿਆ, ਮੁੜ ਉਸ ਹੀ ਪ੍ਰਤ ਨੂੰ ਜੋ 6ਵੇਂ ਪਾਤਸ਼ਾਹ ਨੇ ਆਰੰਭਤਾ ਕੀਤੀ ਸੀ, ਉਸ ਫੌਜ ਨੂੰ ਫਿਰ ਇਕੱਠਾ ਕੀਤਾ, ਕਿਉਂਕਿ ਹੁਣ ਸਮੇਂ ਦੀ ਲੋੜ ਹੈ। ਔਰ ਸਮਾਂ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਕਿ ਤੁਸੀਂ ਲਾਪਰਵਾਹ ਹੋ ਜਾਓ, ਸਗੋਂ ਸਮਾਂ ਕਹਿੰਦਾ ਹੈ ਕਿ ਤੁਸੀਂ ਆਪਣੇ ਪੰਥ ਵਾਸਤੇ ਡਟ ਕੇ ਮਿਹਨਤ ਕਰੋ, ਸੱਚ ਵਾਸਤੇ ਤੁਸੀਂ ਖੜੇ ਹੋਵੋ। ਉਸ ਵੇਲੇ ਆਪ ਜੀ ਨੇ ਰਣਜੀਤ ਨਗਾਰਾ ਬਣਾਇਆ, ਜਿਹੜਾ ਕੇਵਲ ਬਾਦਸ਼ਾਹਾਂ ਦੇ ਕੋਲ ਹੁੰਦਾ ਸੀ, ਤੇ ਉਹ ਨਗਾਰਾ ਗੁਰੂ ਸਾਹਿਬ ਜੀ ਨੇ ਗੁਰੂ ਘਰ ਦੇ ਵਿੱਚ ਰੱਖਿਆ। ਜਾਂ ਕਿਤੇ ਸ਼ਿਕਾਰ ਖੇਡਣ ਜਾਂਦੇ ਸੀ, ਸਤਿਗੁਰੂ ਤਾਂ ਨਗਾਰਾ ਵੱਜਦਾ ਸੀ, ਜਾਂ ਦੀਵਾਨ ਦੇ ਵਿੱਚ ਸਵੇਰੇ ਸ਼ਾਮ ਸਤਿਗੁਰ ਆਉਂਦੇ ਸਨ ਤਾਂ ਨਗਾਰਾ ਵੱਜਦਾ ਸੀ। ਨਗਾਰਾ ਰੱਖਣ ਦਾ ਅਰਥ ਹੀ ਇਹ ਹੈ, ਆਜ਼ਾਦੀ ਦਾ ਪ੍ਰਤੀਕ, ਬਾਦਸ਼ਾਹੀ ਦਾ ਪ੍ਰਤੀਕ। ਹੁਣ ਜਦੋਂ ਨਗਾਰਾ ਵੱਜਿਆ ਤੇ ਨਾਲ ਨਾਲ ਪਹਾੜੀ ਰਾਜਿਆਂ ਦੇ ਦਿਲ ਤੇ ਵੀ ਉਹਦੇ ਡੰਕੇ ਦੀ ਜਿਹੜੀ ਚੋਟ ਸੀ ਉਹ ਗਈ। ਉਹ ਬਰਦਾਸ਼ਤ ਨਾ ਕਰ ਸਕੇ, ਜੋ ਕਿ ਉਹਨਾਂ ਦੇ ਖਾਤਰ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਸ਼ਹਾਦਤ ਦਿੱਤੀ ਸੀ। ਤੇ ਹੁਣ ਉਹਨਾਂ ਨੇ ਨਿਤ ਨਵਾਂ ਕੋਈ ਨਾ ਕੋਈ ਰਾਗ ਛੇੜ ਲੈਣਾ। ਪਾਓ ਕਿ ਪਹਿਲਾਂ ਪੋਟਾ ਸਾਹਿਬ ਦੀ ਜੰਗ, ਉਸ ਤੋਂ ਬਾਅਦ ਗੁਰੂ ਸਾਹਿਬ ਜੀ ਦਾ ਬਹੁਤਾ ਸਮਾਂ ਜਿਹੜਾ ਉਹ ਜੰਗਾਂ 'ਚ ਲੰਘਿਆ। ਮੈਂ ਕੇਵਲ ਟੂਕ ਮਾਤਰ ਵਿਚਾਰਾ ਕਰ ਰਿਹਾ। 1699 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਜਿਆ ਸੀ, ਉਸ ਨੂੰ ਮੁਕੰਮਲ ਕਰ ਦਿੱਤਾ।
ਔਰ ਮੁਕੰਮਲ ਹੋਣ ਦੀ ਇੱਕ ਮੋਹਰ ਜਿਹੜੀ ਲਾ ਕੇ ਕਹਿ ਦਿੱਤਾ ਵੀ ਇਹ ਖਾਲਸੇ ਦਾ ਸਹੀ ਸਰੂਪ ਹੈ, ਖਾਲਸੇ ਦੀ ਇਹ ਪਹਿਚਾਣ ਹੈ, ਆਇਡੈਂਟੀ ਜਿਹੜੀ ਹੈ ਉਹ ਖਾਲਸੇ ਦੀ ਇਹ ਹੈ। 10ਵੇਂ ਪਾਤਸ਼ਾਹ ਨੇ ਪੂਰਨ ਤੌਰ ਤੋਂ ਕਲੀਅਰ ਕਰ ਦਿੱਤੀ। ਇਸ ਤਰ੍ਹਾਂ ਕਹਿ ਦੇਵਾਂ ਕਿ ਖਾਲਸੇ ਦਾ ਸਰਟੀਫਿਕੇਟ 10ਵੇਂ ਪਾਤਸ਼ਾਹ ਨੇ ਦਿੱਤਾ ਹੈ। ਪਿਆਰ ਵਾਲਿਓ, ਸੱਚ ਜਾਣਨਾ, ਹੁਣ ਜਦੋਂ ਖਾਲਸਾ ਸਾਜਿਆ ਤਾਂ ਉਸ ਵੇਲੇ ਗੁਰੂ ਸਾਹਿਬ ਜੀ ਨੇ ਖਾਲਸੇ ਪੰਥ ਦੇ ਇੱਕ ਨਵੇਂ ਸਿਧਾਂਤ ਨੂੰ ਜਨਮ ਦਿੱਤਾ। ਉਹ ਸੀ ਪੰਜ ਪਿਆਰਿਆਂ ਦਾ ਰੂਪ, ਗੁਰੂ ਰੂਪ। ਆਓ ਕਿ ਪਹਿਲਾਂ ਇੱਕ ਇੱਕ ਸਿੱਖ ਦੀ ਪਰਖ ਚੱਲਦੀ ਆ ਰਹੀ ਸੀ, ਗੁਰੂ ਨਾਨਕ ਪਾਤਸ਼ਾਹ ਜੀ ਤੋਂ, ਗੁਰੂ ਅੰਗਦ ਦੇਵ ਜੀ ਦੀ ਪਰਖ, ਗੁਰੂ ਅਮਰਦਾਸ ਮਹਾਰਾਜ ਜੀ ਦੀ ਪਰਖ, ਗੁਰੂ ਰਾਮਦਾਸ ਮਹਾਰਾਜ ਜੀ ਦੀ ਪਰਖ, ਗੁਰੂ ਅਰਜਨ ਦੇਵ ਜੀ ਦੀ ਪਰਖ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੀ ਪਰਖ। ਇਹ ਜਿਤਨੇ ਵੀ ਗੁਰੂ ਗੁਰਗੱਦੀ 'ਤੇ ਬੈਠੇ ਨੇ ਸਾਰੇ ਸਿੱਖ ਨੇ, ਔਰ ਸਾਰੇ ਸਿੱਖ ਤੋਂ ਗੁਰੂ ਬਣੇ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਛੱਡ ਕੇ, ਔਰ ਸਾਰਿਆਂ ਦੀ ਪਰਖ ਕੀਤੀ ਗਈ। ਹੁਣ ਜੇ ਖਾਲਸੇ ਨੂੰ ਗੁਰੂ ਬਣਾਉਣਾ ਹੈ ਤੇ ਗੁਰੂ ਸਾਹਿਬ ਜੀ ਨੇ, ਕਿਉਂਕਿ ਹੁਣ ਸਰੀਰ ਦੀ ਪਰੰਪਰਾ ਖਤਮ ਕਰਨੀ ਹੈ ਗੁਰੂ ਵਾਲੀ, ਇਸ ਕਰਕੇ ਉਸ ਦੀ ਤਿਆਰੀ ਪਹਿਲਾਂ ਹੀ ਕਰਨੀ ਪੈਣੀ ਹੈ ਕਿ ਕੋਈ ਚੀਜ਼ ਨੂੰ, ਕਿਸੇ ਰੀਤ ਨੂੰ, ਕਿਸੇ ਰਿਵਾਜ਼ ਨੂੰ ਜਾਂ ਕਿਸੇ ਚਲਦੀ ਹੋਈ ਰੂਪ ਰੇਖਾ ਨੂੰ ਬਦਲਣਾ ਹੈ, ਉਸ ਵਾਸਤੇ ਪਹਿਲਾਂ ਤਿਆਰੀ ਕਰਨੀ ਪੈਂਦੀ ਹੈ। ਸਤਿਗੁਰੂ ਜੀ ਨੇ 1699 ਦੀ ਵਿਸਾਖੀ ਨੂੰ ਖਾਲਸਾ ਪੰਥ ਸਾਜਿਆ ਔਰ ਪੰਜ ਸਿੰਘਾਂ ਦੇ ਸਿਰ ਦੇ ਮੁੱਲ ਪਾਏ, ਮੰਗ ਕੀਤੀ। ਆਖਿਆ ਵੀ ਮੈਨੂੰ ਇੱਕ ਸਿਰ ਦੀ ਲੋੜ ਹੈ, ਫਿਰ ਕਿਹਾ ਇੱਕ ਸਿਰ ਦੀ ਲੋੜ ਹੈ। ਇਸ ਤਰ੍ਹਾਂ ਪੰਜਾਂ ਦੀ ਚੋਣ ਕੀਤੀ। ਇਹ ਕੋਈ ਸੌਖਾ ਨਹੀਂ ਸੀ ਕਿ ਹੱਥ ਵਿੱਚ ਬੰਦੇ ਦੇ ਕਿਰਪਾਨ ਹੋਵੇ, ਲਹੂ ਨਾਲ ਲਿਬੜੀ ਹੋਵੇ, ਤੇ ਜਦੋਂ ਉਹ ਸਟੇਜ ਤੇ ਆ ਕੇ ਆਖੇ ਵੀ ਮੈਨੂੰ ਤੁਹਾਡਾ ਇੱਕ ਸਿਰ ਚਾਹੀਦਾ, ਬੜਾ ਜਿਗਰਾ ਚਾਹੀਦਾ ਹੈ ਕਿ ਆਪਣਾ ਸਿਰ ਗੁਰੂ ਅੱਗੇ ਭੇਟਾ ਕਰਨ ਵਾਸਤੇ ਹਿੰਮਤ ਚਾਹੀਦੀ ਹੈ। ਸਤਿਗੁਰੂ ਜੀ ਨੇ ਉਸ ਵੇਲੇ ਜਿੱਥੇ ਕਿ ਉਹਨਾਂ ਪੰਜਾਂ ਸਿੰਘਾਂ ਨੂੰ ਆਪ ਖੰਡੇ ਬਾਟੇ ਦੀ ਪਹੁਲ ਛਕਾਈ, ਉੱਥੇ ਨਾਲ ਹੀ 10ਵੇਂ ਪਾਤਸ਼ਾਹ ਜੀ ਨੇ ਉਹਨਾਂ ਪੰਜ ਪਿਆਰਿਆਂ ਕੋਲੋਂ ਆਪ ਅੰਮ੍ਰਿਤ ਛਕਿਆ। ਇਸ ਕਰਕੇ ਸੀ ਸਤਿਗੁਰੂ ਜੀ ਨੇ ਕਿ ਤਾਂ ਕਿ ਆਉਣ ਵਾਲੇ ਹਰ ਸਿੱਖ ਵਾਸਤੇ ਇਹ ਗੱਲ ਸਮਝ ਵਿੱਚ ਉਸ ਨੂੰ ਆ ਜਾਏ ਕਿ ਇਸ ਖੰਡੇ ਬਾਟੇ ਦੀ ਪਹੁਲ ਦੀ ਸਿੱਖ ਨੂੰ ਕਿਤਨੀ ਲੋੜ ਹੈ। ਆਓ ਕਿ ਜੇ ਗੋਬਿੰਦ ਰਾਏ ਵੀ ਇਸ ਪਹੁਲ ਤੋਂ ਬਿਨਾਂ ਅਧੂਰਾ ਹੈ ਤੇ ਹਰ ਇੱਕ ਸਿੱਖ ਅਧੂਰਾ ਹੈ, ਇਸ ਤਰ੍ਹਾਂ ਸਮਝ ਲਈਏ। ਜੇ ਗੋਬਿੰਦ ਰਾਏ ਜੀ ਨੂੰ ਇਸ ਪਹੁਲ ਦੀ ਲੋੜ ਹੈ ਤਾਂ ਸਿੱਖੋ ਫਿਰ ਹਰ ਇੱਕ ਨੂੰ ਹੈ। ਉਹਨਾਂ ਨੇ ਮੰਗ ਕੀਤੀ ਪੰਜ ਪਿਆਰਿਆਂ ਦੇ ਅੱਗੇ ਪੇਸ਼ ਹੋ ਕੇ ਵੀ ਜਿਸ ਤਰ੍ਹਾਂ ਮੈਂ ਤੁਹਾਨੂੰ ਅੰਮ੍ਰਿਤ ਦਿੱਤਾ ਹੈ, ਖੰਡੇ ਕੀ ਪਹੁਲ ਛਕਾਈ ਹੈ, ਤੁਸੀਂ ਮੇਰੇ ਉੱਤੇ ਕਿਰਪਾ ਕਰਕੇ ਖੰਡੇ ਦੀ ਪਹੁਲ ਛਕਾ ਕੇ ਮੈਨੂੰ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾਓ। ਸਤਿਗੁਰੂ ਜੀ ਨੂੰ ਸਿੰਘ ਲਫ਼ਜ਼ ਪੰਜ ਪਿਆਰਿਆਂ ਨੇ ਦਿੱਤਾ। ਇੱਕ ਗੁਰੂ ਆਪਣੇ ਅੱਗੇ ਸਿੰਘ ਦੀ ਮੰਗ ਕਰ ਰਿਹਾ। ਜੇ ਖਾਲਸੇ ਨੂੰ ਕਹਿੰਦਾ ਇਹ ਤੋਂ ਬਾਅਦ ਤੁਸੀਂ ਸਾਰੇ ਸਿੰਘ ਹੋ, ਤੇ ਉਹ ਆਪਣੇ ਅੱਗੇ ਰਾਏ ਦੀ ਥਾਂ ਤੇ ਸਿੰਘ ਲੋਚਦਾ ਪੰਜ ਪਿਆਰਿਆਂ ਕੋਲੋਂ। ਪਾਓ ਕਿ ਖਾਲਸਾ ਪੰਥ ਦੇ ਜਿਹੜੇ ਪੰਜ ਪਿਆਰੇ ਨੇ ਨਾ, ਉਹ ਗੁਰੂ ਰੂਪ ਹੋਣ ਦਾ ਸਿਧਾਂਤ ਗੁਰੂ ਸਾਹਿਬ ਜੀ ਉੱਥੇ ਪ੍ਰਗਟ ਕਰ ਰਹੇ ਨੇ। ਹੈ ਜੀ, ਉੱਥੇ ਸਿਧਾਂਤ ਪ੍ਰਗਟ ਕੀਤਾ ਪੰਜ ਪਿਆਰਿਆਂ ਦਾ, ਤਾਂ ਕਿ ਸਿੱਖ ਜਿਹੜੇ ਨੇ ਉਹ ਭਰੋਸਾ ਕਰਨ ਪੰਜ ਪਿਆਰਿਆਂ ਦੇ ਉੱਤੇ। ਉੱਥੇ ਫਿਰ ਪੰਜ ਪਿਆਰਿਆਂ ਦਾ ਪਿਆਰਿਓ ਉਹ ਸਿਧਾਂਤ ਜਿਹੜਾ ਹੈ, ਉਹ ਸਿਧਾਂਤ ਆਪ ਜੀ ਨੇ ਪਰਪੱਕ ਕੀਤਾ। ਉਸ ਤੋਂ ਬਾਅਦ ਵੀ ਆਪ ਜੀ ਦੀਆਂ ਕਈ ਜੰਗਾਂ ਹੋਈਆਂ। ਆਪ ਜੀ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਕਿਲ੍ਹਾ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੇ ਵਿੱਚ ਆਪ ਜੀ ਦੇ 2 ਸਾਹਿਬਜ਼ਾਦੇ ਸ਼ਹੀਦ ਹੋਏ, 2 ਸਰਹੰਦ ਦੀ ਨੀਹਾਂ ਦੇ ਵਿੱਚ ਚਿਣੇ ਗਏ, ਫਤਿਹਗੜ੍ਹ ਸਾਹਿਬ ਦੀ ਇਹ ਪਾਵਨ ਧਰਤੀ। ਉਸ ਤੋਂ ਬਾਅਦ ਸਤਿਗੁਰੂ ਜੀ ਸਾਰੇ ਪਰਿਵਾਰ ਨੂੰ ਵਾਰ ਦਿੰਦੇ ਨੇ ਇੱਕ ਤਰ੍ਹਾਂ ਤੋਂ, ਕਿਉਂਕਿ ਸਾਹਿਬਜ਼ਾਦੇ ਵਾਰ ਦਿੱਤੇ, ਮਾਤਾ ਵਾਰ ਦਿੱਤੀ, ਪਿਤਾ ਪਹਿਲਾਂ ਵਾਰ ਦਿੱਤਾ। ਹੁਣ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੋਂ ਜਾ ਰਹੇ ਨੇ ਦੱਖਣ ਵਾਲੇ ਪਾਸੇ, ਕਿਉਂਕਿ ਦਮਦਮਾ ਸਾਹਿਬ ਦੀ ਧਰਤੀ ਤੇ ਲੰਬਾ ਸਮਾਂ ਟਿਕਾਣਾ ਉਸ ਵੇਲੇ ਕੀਤਾ,
ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮੁੜ ਕੇ ਸਥਾਪਨਾ ਕਰਨੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਣੀ ਜਿਹੜੀ ਹੈ ਉਹ ਚਾੜਨੀ, ਔਰ ਉਸ ਵਿਉਤਬੰਦੀ ਨੂੰ ਕਾਇਮ ਰੱਖਣਾ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਬਾਣੀ ਦਾ ਰੂਪ ਰੇਖ ਰੱਖਿਆ, ਉਸ ਨੂੰ ਕਾਇਮ ਰੱਖਣਾ। ਉਹਨਾਂ ਰਾਗਾਂ ਤੋਂ ਆਧਾਰਿਤ ਬਾਣੀ ਨੂੰ ਦਰਜ ਕੀਤਾ। ਉੱਥੇ ਫਿਰ ਗੁਰੂ ਸਾਹਿਬ ਜੀ ਉਸ ਮਹਾਰਾਜ ਦੀ ਬੀੜ ਨੂੰ ਲੈ ਕੇ ਅੱਗੇ ਚੱਲਦੇ ਨੇ। ਉਹਨਾਂ ਦਿਨਾਂ ਵਿੱਚ ਔਰੰਗਜ਼ੇਬ ਬਾਦਸ਼ਾਹ ਜਿਹੜਾ ਹੈ ਉਹ ਚੜ੍ਹਾਈ ਕਰ ਜਾਂਦਾ ਹੈ। ਦੂਜੇ ਪਾਸੇ ਉਹਦਾ ਪੁੱਤਰ ਬਹਾਦਰ ਸ਼ਾਹ ਗੁਰੂ ਘਰ ਦੀ ਮੰਗ ਲੈਂਦਾ ਹੈ, ਮੰਗ ਕਰਦਾ ਗੁਰੂ ਘਰ ਦੀ ਕਿ ਤੁਸੀਂ ਮੇਰੀ ਸਹਾਇਤਾ ਕਰੋ, ਹੈਲਪ ਲਈ। ਜਦੋਂ ਗੁਰੂ ਸਾਹਿਬ ਜੀ ਇੱਥੇ ਹੈਲਪ ਕਰਦੇ ਨੇ ਬਹਾਦਰ ਸ਼ਾਹ ਦੀ, ਔਰ ਬਹਾਦਰ ਸ਼ਾਹ ਗੁਰੂ ਸਾਹਿਬ ਜੀ ਨੂੰ ਆਗਰੇ ਵਿੱਚ ਸੱਦ ਕੇ ਔਰ ਜੋ ਖਿਲਤ ਦਿੰਦਾ ਹੈ, ਗੁਰੂ ਸਾਹਿਬ ਜੀ ਨੂੰ ਬੜੇ ਕੀਮਤੀ ਪੋਸ਼ਾਕੇ ਭੇਟਾ ਕਰਦਾ ਹੈ, ਗੁਰੂ ਸਾਹਿਬ ਜੀ ਦੇ ਚਰਨਾਂ 'ਚ ਨਕਮਸਤਕ ਹੁੰਦਾ ਹੈ, ਔਰ ਉਸ ਦੀ ਖਿਲਤ ਨੂੰ ਗੁਰੂ ਸਾਹਿਬ ਪ੍ਰਵਾਨ ਨਹੀਂ ਕਰਦੇ। ਔਰ ਬਾਦਸ਼ਾਹ ਜਿਹੜਾ ਹੈ ਉਹ ਕਹਿੰਦਾ ਜਿਵੇਂ ਸਤਿਗੁਰੂ ਦੀ ਮਰਜ਼ੀ ਹੈ ਉੱਦਾਂ ਕਰ ਲੈਣ। ਤੇ ਹੁਣ ਜਿਤਨੇ ਵੀ ਬਾਕੀ ਥਾਂ ਨੇ, ਜਿਵੇਂ ਕਿ ਵਜ਼ੀਰ ਖਾਨ ਹੈ, ਜਿਵੇਂ ਲਾਹੌਰ ਦਾ ਸੂਬਾ ਹੈ ਜਾਂ ਹੋਰ ਸੂਬੇ ਨੇ, ਉਹਨਾਂ ਨੂੰ ਪ੍ਰੋਬਲਮ ਇਹ ਹੋ ਗਈ ਕਿ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦੇ, ਖਾਸ ਕਰਕੇ ਵਜ਼ੀਰ ਖਾਨ ਨੂੰ ਕਿ ਅਸੀਂ ਮਾਰ ਦਿੱਤੇ ਬੇਰਹਿਮੀ ਦੇ ਨਾਲ, ਨੀਹਾਂ ਵਿੱਚ ਚਿਣ ਕੇ, ਇਤਨੇ ਛੋਟੇ ਛੋਟੇ ਮਾਸੂਮਾਂ ਨੂੰ ਇਤਨੀ ਸਖਤ ਸਜ਼ਾ ਦਿੱਤੀ ਅਸੀਂ ਐਡੀ ਜ਼ਾਲਮਗੀਰੀ ਕੀਤੀ ਹੈ। ਤੇ ਵਜ਼ੀਰ ਖਾਨ ਨੇ ਉਸ ਵੇਲੇ ਜਦੋਂ ਬਹਾਦਰ ਸ਼ਾਹ ਦੇ ਨਾਲ ਸਤਿਗੁਰ ਦਾ ਮਿਲਾਪ ਹੁੰਦਾ ਤੇ 2 ਪਠਾਨ ਨਿਯਤ ਕੀਤੇ, 2 ਪਠਾਨ ਨਿਯਤ ਕਰ ਦਿੱਤੇ ਨੇ ਇਸ ਵਾਸਤੇ ਕਿ ਜਦੋਂ ਵੀ ਤੁਹਾਨੂੰ ਮੌਕਾ ਮਿਲੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖਤਮ ਕਰ ਦੇਣਾ, ਕਤਲ ਕਰ ਦੇਣਾ। ਕਿਉਂਕਿ ਵਜ਼ੀਰ ਖਾਨ ਜਾਣਦਾ ਹੈ ਕਿ ਬਹਾਦਰ ਸ਼ਾਹ ਜ਼ਰੂਰ ਹੁਣ ਮੈਨੂੰ ਸਜ਼ਾ ਦੇਵੇਗਾ ਕੋਈ, ਕਿਉਂਕਿ ਉਹਨਾਂ ਦੀ ਮਦਦ ਦੇ ਨਾਲ ਬਹਾਦਰ ਸ਼ਾਹ ਜਿਹੜਾ ਉਹ ਗੱਦੀ ਤੇ ਬੈਠਾ ਹੈ। ਔਰ ਇਸ ਦੇ ਵਿੱਚ ਇੱਕ ਕਾਰਨ ਹੋਰ ਹੋ ਸਕਦਾ ਹੈ ਕਿ ਜਿਹੜੇ ਔਰੰਗਜ਼ੇਬ ਦੇ ਹੋਰ ਪੁੱਤਰ ਨੇ, ਹੋ ਸਕਦਾ ਕਿ ਵਜ਼ੀਰ ਖਾਂ ਉਹਨਾਂ ਦੀ ਮਦਦ ਕਰ ਰਿਹਾ ਹੋਵੇ, ਪਰ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਦੀ ਮਦਦ ਦੇ ਨਾਲ ਜੰਗ ਦੇ ਵਿੱਚ ਬਹਾਦਰ ਸ਼ਾਹ ਜਿੱਤ ਜਾਂਦਾ ਤੇ ਉਹ ਰਾਜਾ ਬਣ ਜਾਂਦਾ। ਇਸ ਗੱਲੋਂ ਵੀ ਉਹ ਡਰਦਾ ਹੋਏਗਾ ਵੀ ਕਿਤੇ ਕੱਲ ਨੂੰ ਬਹਾਦਰ ਸ਼ਾਹ ਮੈਨੂੰ ਕੋਈ ਸਖਤ ਸਜ਼ਾ ਨਾ ਦੇ ਦੇਵੇ, ਕਿਉਂਕਿ ਦੂਜੇ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਬਹਾਦਰ ਸ਼ਾਹ ਨੂੰ ਕਹਿਣਗੇ ਤੇ ਉਹ ਮੈਨੂੰ ਜ਼ਰੂਰ ਸਜ਼ਾ ਦੇਵੇਗਾ। ਹੁਣ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ, ਬਹਾਦਰ ਸ਼ਾਹ ਦੱਖਣ ਵੱਲ ਜਾਂਦਾ ਹੈ, ਕਿਉਂਕਿ ਉਸਦਾ ਪਿਤਾ ਔਰੰਗਜ਼ੇਬ ਵੀ ਦੱਖਣ ਦੇ ਵਿੱਚ ਹੀ ਜ਼ਿਆਦਾ ਸਮਾਂ ਰਿਹਾ, ਕਿਉਂਕਿ ਦੱਖਣ ਦੇ ਵਿੱਚ ਜ਼ਿਆਦਾ ਪ੍ਰੋਬਲਮ ਸੀ। ਬਾਰ-ਬਾਰ ਬਗਾਵਤ ਕੋਈ ਨਾ ਕੋਈ ਰਾਜਾ ਕਰ ਦਿੰਦਾ ਸੀ, ਕੋਈ ਨਾ ਕੋਈ ਇਲਾਕੇ ਦੇ ਲੋਕ ਬਗਾਵਤ ਕਰ ਦਿੰਦੇ ਸਨ। ਇਸ ਕਰਕੇ ਉਸ ਬਗਾਵਤ ਨੂੰ ਦਬਾਉਣ ਵਾਸਤੇ ਬਹਾਦਰ ਸ਼ਾਹ ਗੁਰੂ ਸਾਹਿਬ ਜੀ ਦੇ ਨਾਲ ਆਗਰੇ ਤੋਂ ਤੁਰਿਆ ਔਰ ਦੱਖਣ ਮਹਾਰਾਸ਼ਟਰ ਤੱਕ ਗਏ। ਉੱਥੇ ਜਾ ਕੇ ਗੁਰੂ ਸਾਹਿਬ ਜੀ ਵੱਖਰੇ ਹੋ ਜਾਂਦੇ ਨੇ, ਬਹਾਦਰ ਸ਼ਾਹ ਦੂਜੇ ਪਾਸੇ ਚਲਾ ਜਾਂਦਾ ਹੈ ਔਰ ਗੁਰੂ ਸਾਹਿਬ ਜੀ ਨਾਂਦੇੜ ਚਲੇ ਜਾਂਦੇ ਨੇ ਮਹਾਰਾਸ਼ਟਰ। ਉੱਥੇ ਜਾ ਕੇ ਗੁਰੂ ਸਾਹਿਬ ਜੀ ਦਾ ਮਿਲਾਪ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਹੁੰਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਜੀ ਸਾਰੀ ਬਿਰਥਾ ਸੁਣਾਉਂਦੇ ਨੇ ਔਰ ਉਸ ਨੂੰ ਜਗਾਉਂਦੇ ਹਨ, ਕਿਉਂਕਿ ਉਹ ਮਾਧੋ ਦਾਸ ਬੈਰਾਗੀ ਬਣ ਕੇ ਬੈਠਾ ਹੋਇਆ ਹੈ, ਬੈਰਾਗ ਦੇ ਵਿੱਚ ਰਹਿੰਦਾ ਹੈ। ਹੁਣ ਔਗੜਨਾਥ ਇੱਕ ਜੋਗੀ ਦਾ ਚੇਲਾ ਬਣ ਗਿਆ, ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿੱਚ ਪਿਆ ਹੋਇਆ ਹੈ, ਇੱਕ ਰਾਜਪੂਤਾਂ ਦਾ ਪੁੱਤਰ, ਔਰ ਇਸ ਪਾਸੇ ਤੁਰਿਆ ਹੋਇਆ ਹੈ। ਸਤਿਗੁਰੂ ਜੀ ਇਸ ਦੇ ਕੋਲ ਜਾ ਕੇ ਔਰ ਸਾਰੀ ਗੱਲਬਾਤ ਇਹਨੂੰ ਦੱਸਦੇ ਨੇ। ਜਦੋਂ ਇਹ ਕਹਿੰਦਾ ਹੈ ਨਾ ਵੀ ਤੁਸੀਂ ਇਸ ਧਰਤੀ ਨੂੰ ਖੂਨ ਦੇ ਨਾਲ ਲਥਪਥ ਕਰ ਦਿੱਤਾ, ਕਿਉਂਕਿ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਬੰਦਾ ਸਿੰਘ ਬਹਾਦਰ, ਜਿਹਦਾ ਨਾਮ ਮਾਧੋ ਦਾਸ ਬੈਰਾਗੀ ਹੈ, ਇਸ ਦੇ ਬਾਗ ਦੇ ਵਿੱਚ ਜਦੋਂ ਪਹੁੰਚੇ ਨੇ ਤਾਂ ਉਸ ਵੇਲੇ ਕਹਿੰਦੇ ਕੁਝ ਭੇਡਾਂ ਜਾਂ ਬੱਕਰੀਆਂ ਚੱਲ ਰਹੀਆਂ ਸਨ ਤੇ ਉਹਨਾਂ ਨੂੰ ਗੁਰੂ ਸਾਹਿਬ ਜੀ ਨੇ ਕਤਲ ਕਰਾ ਦਿੱਤਾ ਤਾਂ ਕਿ ਇਹਦਾ ਖੂਨ ਉਬਾਲੇ ਮਾਰੇ।
ਲਹੂ ਵੇਖ ਕੇ ਇਸ ਨੂੰ ਪੁਰਾਤਨ ਲਹੂ ਯਾਦ ਆ ਜਾਏ ਜਦੋਂ ਕਿ ਇਹ ਬੈਰਾਗੀ ਬਣਿਆ ਸੀ। ਤੇ ਜਦੋਂ ਇਸ ਨੇ ਕਿਹਾ ਕਿ ਸਤਿਗੁਰ ਇਹ ਧਰਤੀ ਜਿਹੜੀ ਹੈ ਉਹ ਤੁਸੀਂ ਅਪਵਿੱਤਰ ਕਰ ਦਿੱਤੀ ਹੈ, ਇੱਥੇ ਖੂਨ ਡੋਲ ਦਿੱਤਾ ਹੈ, ਤੇ ਫਿਰ ਗੁਰੂ ਸਾਹਿਬ ਜੀ ਨੇ ਗੁਰੂ ਅਰਜਨ ਦੇਵ ਜੀ ਦੀ ਗੱਲ, ਗੁਰੂ ਤੇਗ ਬਹਾਦਰ ਮਹਾਰਾਜ ਦੀ ਗੱਲ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ ਦੀ ਸਾਖੀਆਂ, ਸਾਹਿਬਜ਼ਾਦਿਆਂ ਦੀ ਗੱਲ ਜਿਹੜੀ ਇਸ ਦੇ ਕੰਨ ਵਿੱਚ ਪਾਈ। ਇਹ ਤੂੰ ਰਾਜਪੂਤ ਕਿਹੜੀ ਗੱਲ ਦਾ, ਇੱਕ ਗੱਲ ਦੱਸ ਕਿ ਤੇਰਾ ਖੂਨ ਉਦੋਂ ਕਿਉਂ ਨਹੀਂ ਡੋਲਿਆ ਕਿ ਜਦੋਂ ਇਤਨਾ ਕੁਛ ਹੋਇਆ ਪੰਜਾਬ ਦੀ ਧਰਤੀ ਤੇ। ਉਸ ਵੇਲੇ ਤੇ ਜੋ ਕੋਈ ਧਰਤੀ ਹੈ ਪਵਿੱਤਰ ਨਹੀਂ ਹੋਈ। ਇਤਨੀਆਂ ਮਹਾਨ ਰੂਹਾਂ ਨੇ ਆਪਣੀਆਂ ਮਹਾਨ ਸਾਧਤਾਂ ਦੇ ਦਿੱਤੀਆਂ ਤੇ ਉਸ ਵੇਲੇ ਤੇਰੇ ਮਨ 'ਚ ਕਦੀ ਨਹੀਂ ਆਇਆ। ਪਿਆਰ ਵਾਲਿਓ, ਸੱਚ ਜਾਣਨਾ, ਉਸ ਵੇਲੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰੂ ਸਾਹਿਬ ਜੀ ਨੇ ਤਿਆਰ ਪਰ ਤਿਆਰ ਕੀਤਾ, ਅੰਮ੍ਰਿਤ ਛਕਾਇਆ, ਸਿੱਖ ਸਜਿਆ। ਅੰਮ੍ਰਿਤ ਛਕ ਕੇ ਗੁਰੂ ਸਾਹਿਬ ਜੀ ਇਸ ਦੇ ਕੋਲ ਹੀ ਰਹਿੰਦੇ ਨੇ, ਉਸ ਵੇਲੇ ਵਿਚਰ ਰਹੇ ਨੇ ਉਸ ਇਲਾਕੇ ਦੇ ਵਿੱਚ। ਇੱਕ ਦਿਨ ਸ਼ਾਮ ਦਾ ਵਕਤ ਹੈ, ਗੁਰੂ ਸਾਹਿਬ ਜੀ ਨੇ ਰਹਿਰਾਸ ਸਾਹਿਬ ਦਾ ਪਾਠ ਕੀਤਾ, ਤੰਬੂ ਲੱਗੇ ਨੇ ਉੱਥੇ, ਕਿਉਂਕਿ ਬਹੁਤ ਸਾਰੇ ਸਿੱਖ ਨਾਲ ਸਤਿਗੁਰ ਦੇ ਰਹਿੰਦੇ ਆ। ਤੰਬੂ ਲੱਗੇ ਨੇ ਤੇ ਆਪ ਜੀ ਰਹਿਰਾਸ ਸਾਹਿਬ ਦਾ ਪਾਠ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੰਬੂ ਵਿੱਚ ਚਲੇ ਗਏ ਹਨ। ਜਦੋਂ ਤੰਬੂ ਵਿੱਚ ਗਏ ਨਾ ਪਿਆਰ ਵਾਲਿਓ, ਉਸ ਵੇਲੇ ਸਤਿਗੁਰ ਵਿਸਰਾਮ ਕਰ ਰਹੇ ਹਨ ਤੇ ਵਜ਼ੀਰ ਖਾਨ ਨੇ ਜਿਹੜੇ 2 ਪਠਾਨ ਨਿਯਤ ਕੀਤੇ ਸਨ, ਉਹ 2 ਪਠਾਨ ਹਰ ਰੋਜ਼ ਗੁਰੂ ਘਰ ਜਾਂਦੇ ਹੈ। ਉੱਥੇ ਸਾਰੇ ਪਾਸੇ ਦੇਖਦੇ ਨੇ ਵੀ ਕਿ ਅਸੀਂ ਕਿਸ ਤਰੀਕੇ ਨਾਲ ਹਮਲਾ ਕਰ ਸਕਦੇ ਹਾਂ ਗੁਰੂ ਸਾਹਿਬ ਜੀ ਦੇ ਉੱਤੇ। ਉਹ ਇਸ ਤਾੜ ਵਿੱਚ ਰਹਿੰਦੇ ਨੇ ਕਿ ਸਾਨੂੰ ਕੋਈ ਮੌਕਾ ਮਿਲੇ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਸੀਂ ਕਤਲ ਕਰ ਦਈਏ, ਕਿਉਂਕਿ ਉਹਨਾਂ ਨੂੰ ਪੈਸੇ ਮਿਲੇ ਹੋਏ ਨੇ ਵਜ਼ੀਰ ਖਾਨ ਤੋਂ। ਉਹ ਪੈਸੇ ਦੇ ਲਾਲਚ ਵਿੱਚ ਗੁਰੂ ਸਾਹਿਬ ਜੀ ਨੂੰ ਕਤਲ ਕਰ ਦੇਣਾ ਚਾਹੁੰਦੇ ਨੇ। ਤੇ ਜਦੋਂ ਰਹਿਰਾਸ ਸਾਹਿਬ ਦਾ ਪਾਠ ਕਰਕੇ ਗੁਰੂ ਸਾਹਿਬ ਤੰਬੂ ਦੇ ਵਿੱਚ ਵਿਸਰਾਮ ਕਰ ਰਹੇ ਹਨ, ਆਰਾਮ ਕਰ ਰਹੇ ਹਨ, ਸ਼ਾਮ ਦਾ ਵਕਤ ਹੈ, ਸੂਰਜ ਛਿਪ ਚੁੱਕਿਆ ਹੈ, ਹਨੇਰਾ ਹੋ ਗਿਆ ਹੈ। ਉਸ ਵੇਲੇ ਇੱਕ ਪਠਾਨ ਜਿਹੜਾ ਹੈ ਉਹ ਤੰਬੂ ਦੇ ਬਾਹਰ ਖੜ ਜਾਂਦਾ ਹੈ ਤੇ ਦੂਜਾ ਤੰਬੂ ਦੇ ਅੰਦਰ ਚਲਾ ਜਾਂਦਾ ਹੈ। ਹੁਣ ਸਤਿਗੁਰੂ ਜੀ ਤਾਂ ਆਰਾਮ ਨਾਲ ਵਿਸਰਾਮ ਕਰ ਰਹੇ ਨੇ, ਕੁਝ ਸਿੱਖ ਪਹਿਰੇ ਤੇ ਨੇ ਤੇ ਉਹ ਸਾਰੇ ਪਾਸੇ ਪਹਿਰਾ ਦੇ ਰਹੇ ਨੇ, ਜਿਵੇਂ ਹੋਰ ਵੀ ਤੰਬੂ ਲੱਗੇ ਹੋਏ ਨੇ, ਉਹ ਸਾਰੇ ਪਾਸੇ ਉਹਨਾਂ ਦੀ ਨਿਗਰਾਨੀ ਹੈ। ਉਹ ਗੁਰੂ ਸਾਹਿਬ ਜੀ ਦੇ ਤੰਬੂ ਤੋਂ ਦੂਜੇ ਪਾਸੇ ਗਏ ਨੇ ਪਹਿਰਾ ਦੇਣ ਵਾਸਤੇ, ਦੇਖਣ ਵਾਸਤੇ। ਉਹਨਾਂ ਚਿਰ ਦੇ ਵਿੱਚ ਇੱਕ ਪਠਾਨ ਜਿਹੜਾ ਹੈ ਉਹ ਅਚਨਚੇਤ ਅੰਦਰ ਜਾਂਦਾ ਹੈ ਔਰ ਗੁਰੂ ਸਾਹਿਬ ਜੀ ਦੇ ਉੱਤੇ ਜ਼ੋਰ ਦੀ ਹਮਲਾ ਕਰ ਦਿੰਦਾ ਹੈ, ਛੁਰੇ ਦੇ ਨਾਲ ਹਮਲਾ ਕਰ ਦਿੰਦਾ ਹੈ। ਉਹ ਛੁਰਾ ਪਹਿਲਾ ਢਿੱਡ 'ਚ ਮਹਾਰਾਜ ਜੀ ਦੇ ਮਾਰਿਆ ਉਸਨੇ, ਦੂਜਾ ਕੱਢ ਕੇ ਮਾਰਨ ਲੱਗਾ। ਗੁਰੂ ਸਾਹਿਬ ਜੀ ਦੇ ਨਾਲ ਹੀ ਕਿਰਪਾਨ ਪਈ ਸੀ ਤੇ ਉਸਦੇ ਮੁੱਠ ਨੂੰ ਹੱਥ ਪਾ ਕੇ ਗੁਰੂ ਸਾਹਿਬ ਜੀ ਨੇ ਉਸ ਪਠਾਨ ਨੂੰ ਝਟਕਾ ਦਿੱਤਾ। ਜਦੋਂ ਉਸ ਨੂੰ ਝਟਕਾਇਆ ਤੇ ਜਿਹੜਾ ਬਾਹਰ ਖਲੋਤਾ ਹੋਇਆ ਪਠਾਨ ਸੀ ਉਹ ਭੱਜਣਾ ਸ਼ੁਰੂ ਕਰ ਦਿੱਤਾ। ਉਸਨੂੰ ਪਤਾ ਚੱਲ ਗਿਆ ਵੀ ਜਿਹੜਾ ਮੇਰਾ ਸਾਥੀ ਹੈ ਉਹ ਉਹਨਾਂ ਨੇ ਮਾਰ ਦਿੱਤਾ ਹੈ। ਹੁਣ ਦੂਜਾ ਭੱਜ ਰਿਹਾ ਤੇ ਉਹਨਾਂ ਪਹਿਰੇਦਾਰਾਂ ਨੇ ਵੇਖਿਆ ਵੀ ਕੋਈ ਭੱਜਣ ਦੀ ਆਵਾਜ਼ ਆਈ ਹੈ, ਹੈਗਾ ਹਨੇਰਾ। ਉਹਨਾਂ ਨੇ ਭੱਜ ਕੇ ਉਸ ਨੂੰ ਫੜਿਆ। ਫੜ ਕੇ ਜੋ ਪਤਾ ਕੀਤਾ, ਪਤਾ ਚੱਲਿਆ ਕਿ ਸਾਨੂੰ ਵਜ਼ੀਰ ਖਾਨ ਨੇ ਇੱਥੇ ਭੇਜਿਆ ਸੀ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਤਲ ਕਰਨਾ ਸੀ ਔਰ ਇੱਕ ਪਠਾਨ ਸਾਥੀ ਨੇ ਜਾ ਕੇ ਹਮਲਾ ਕਰ ਦਿੱਤਾ ਹੈ। ਸਿੰਘਾਂ ਨੇ ਇਹਨੂੰ ਚੰਗੀ ਤਰ੍ਹਾਂ ਪੁੱਛ ਕੇ ਔਰ ਇਸ ਨੂੰ ਵੀ ਇੱਥੇ ਫਿਰ ਕਤਲ ਕਰ ਦਿੱਤਾ। ਤੇ ਅੰਦਰ ਜਾ ਕੇ ਕੀ ਵੇਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਵੇਲੇ ਸਾਰਾ ਸਰੀਰ ਖੂਨ ਨਾਲ, ਲਹੂ ਨਾਲ ਲਥਪਥ ਹੈ, ਬੜਾ ਡੂੰਘਾ ਜ਼ਖਮ ਹੈ ਛੁਰੇ ਦਾ। ਫਿਰ ਸਿੰਘਾਂ ਨੇ ਛੇਤੀ ਦੇ ਨਾਲ ਉਸ ਫੱਟ ਨੂੰ ਪਹਿਲਾਂ ਕੱਪੜੇ ਨਾਲ ਬੰਨਿਆ। ਫਿਰ ਉੱਥੇ ਜੋ ਇੱਕ ਅੰਗਰੇਜ਼ ਵੈਦ ਡਾਕਟਰ ਉਹ ਰਹਿੰਦਾ ਸੀ, ਉਸਨੂੰ ਸੱਦਿਆ ਗਿਆ ਜੋ ਬਹਾਦਰ ਸ਼ਾਹ ਦੇ ਕੋਲ ਸੀ, ਔਰ ਉਸਨੂੰ ਸੱਦ ਕੇ ਫਿਰ ਉਸ ਤੋਂ ਉਹ ਗੁਰੂ ਸਾਹਿਬ ਜੀ ਦਾ ਜਿਹੜਾ ਜ਼ਖਮ ਸੀ ਉਹਨੂੰ ਸਿੱਤਿਆ ਗਿਆ। ਦੇਖੋ, ਪੁਰਾਤਨ ਸਮਾਂ ਸੀ ਕਿ ਜਦੋਂ ਟਾਕੇ ਇੱਦਾਂ ਹੀ ਭਰੇ ਜਾਂਦੇ ਸਨ। ਉਸ ਅੰਗਰੇਜ਼ ਡਾਕਟਰ ਨੇ ਗੁਰੂ ਸਾਹਿਬ ਜੀ ਦਾ ਉਹ ਜ਼ਖਮ ਸੀ ਦਿੱਤਾ। ਜਦੋਂ ਮਾਧੋ ਦਾਸ ਬੈਰਾਗੀ ਤੋਂ ਬਣੇ ਬਾਬਾ ਬੰਦਾ ਸਿੰਘ ਬਹਾਦਰ ਦੇ ਡੇਰੇ ਵਿੱਚ ਹੀ ਇਹ ਕੰਮ ਹੋਇਆ, ਉਹਦੀ ਅੱਖਾਂ ਦੇ ਸਾਹਮਣੇ, ਤੇ ਉਹਦੇ ਕੋਲੋਂ ਰਿਹਾ ਨਾ ਗਿਆ।
ਉਹਦੇ ਮਨ ਦੇ ਉੱਤੇ ਬਹੁਤ ਅਸਰ ਹੋਇਆ। ਸਤਿਗੁਰੂ ਜੀ ਨੂੰ ਬੇਨਤੀ ਕੀਤੀ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਹਮਲੇ ਤੋਂ ਬਾਅਦ ਇਹ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ ਕਿ ਮੈਂ ਪੰਜਾਬ ਦੀ ਧਰਤੀ ਤੇ ਜਾ ਕੇ ਵਜ਼ੀਰ ਖਾਨ ਕੋਲੋਂ ਬਦਲਾ ਲਵਾਂਗਾ ਵੀ ਉਸਨੇ ਸਾਹਿਬਜ਼ਾਦਾ ਨੂੰ ਬੇਰਹਿਮੀ ਨਾਲ ਮਾਰ ਦਿੱਤਾ। ਇਤਨੇ ਸਿੱਖ ਜਿਹੜੇ ਨੇ ਸ਼ਹੀਦ ਹੋਏ, ਸਾਰਾ ਕੁਝ ਹੋਇਆ। ਉਸ ਵੇਲੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜ਼ਖਮ ਤਾਂ ਸਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਦਾ ਨਾਮ ਰੱਖਿਆ ਸੀ ਗੁਰਬਖਸ਼ ਸਿੰਘ। ਅੰਮ੍ਰਿਤ ਛਕਣ ਤੋਂ ਬਾਅਦ ਭਾਈ ਗੁਰਬਖਸ਼ ਸਿੰਘ ਨੂੰ, ਜਿਹਨੂੰ ਬਾਅਦ ਦੇ ਵਿੱਚ ਕਿਉਂਕਿ ਇਹਨੇ ਬੰਦਾ ਕਿਹਾ ਸੀ, ਇਸ ਕਰਕੇ ਸਿੱਖ ਕੌਮ ਬੰਦਾ ਸਿੰਘ ਬਹਾਦਰ ਇਸ ਨੂੰ ਖਿਤਾਬ ਦਿੱਤਾ ਸੀ ਮਹਾਰਾਜ ਨੇ। ਜਦੋਂ ਮਹਾਰਾਜ ਨੇ ਪੁੱਛਿਆ ਸੀ ਨਾ ਤੂੰ ਕੌਣ ਹੈ, ਤੇ ਇਸਨੇ ਕਿਹਾ ਸੀ ਮੈਂ ਬੰਦਾ ਹਾਂ ਤੁਹਾਡਾ। ਤੇ ਆਮ ਜਿਹੜਾ ਵੈਸੇ ਨਾਮ ਹੈ ਜਿਹੜਾ ਆਪਾਂ ਦਿੰਦੇ ਬਾਬਾ ਬੰਦਾ ਸਿੰਘ ਬਹਾਦਰ, ਪਰ ਅਸਲ ਨਾਮ ਭਾਈ ਗੁਰਬਖਸ਼ ਸਿੰਘ ਹੈ ਬੰਦਾ ਸਿੰਘ ਬਹਾਦਰ ਦਾ, ਜੋ 10ਵੇਂ ਪਾਤਸ਼ਾਹ ਨੇ ਨਾਮ ਦਿੱਤਾ ਇਸ ਨੂੰ। ਭਾਈ ਗੁਰਬਖਸ਼ ਨੂੰ ਗੁਰੂ ਸਾਹਿਬ ਜੀ ਨੇ ਫਿਰ ਉੱਥੋਂ ਤੋਰਿਆ, 5 ਤੀਰ ਦਿੱਤੇ, ਇੱਕ ਨਗਾਰਾ ਦਿੱਤਾ, ਨਿਸ਼ਾਨ ਸਾਹਿਬ ਦਿੱਤਾ। 5 ਪਿਆਰੇ ਭਾਈ ਵਿਨੋਦ ਸਿੰਘ, ਭਾਈ ਕਾਨ ਸਿੰਘ, ਭਾਈ ਬਾਜ ਸਿੰਘ, ਭਾਈ ਦਇਆ ਸਿੰਘ, ਭਾਈ ਰਣ ਸਿੰਘ, ਇਹ 5 ਪਿਆਰੇ ਨੇ ਜਿਹੜੇ ਕਿ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਤੋਰੇ ਨੇ। ਇਹ 5 ਪਿਆਰੇ, ਇਹਨਾਂ ਨੂੰ ਨਾਲ ਤੋਰ ਕੇ ਕਿਹਾ ਵੀ ਜਾ 5 ਪਿਆਰਿਆਂ ਦੀ ਅਗਵਾਈ, ਔਰ ਜੋ ਉਸ 5 ਪਿਆਰਿਆਂ ਦੀ ਅਗਵਾਈ ਦੇ ਵਿੱਚ ਵਜ਼ੀਰ ਖਾਨ ਦੇ ਨਾਲ ਇਹ ਜੰਗ ਕਰਨੀ ਹੈ। ਜਦ ਪੰਜਾਬ ਦੀ ਧਰਤੀ ਤੇ ਜੋ ਜ਼ੁਲਮ ਹੋ ਰਿਹਾ ਨਾ, ਉਸ ਜ਼ੁਲਮ ਨੂੰ ਖਤਮ ਕਰਨਾ ਹੈ। ਹੁਣ ਇਹ ਆ ਜਾਂਦਾ ਹੈ, ਕੁਝ ਦਿਨ ਸਤਿਗੁਰੂ ਜੀ ਉੱਥੇ ਰਹਿੰਦੇ ਹਨ। 6 ਔਰ 7 ਅਕਤੂਬਰ ਦੀ ਰਾਤ ਦਿਨ ਹੈ ਕਿ ਜਦੋਂ ਗੁਰੂ ਸਾਹਿਬ ਜੀ ਨੇ ਫਿਰ ਕੀ ਕੀਤਾ, ਇੱਕ ਦਿਨ ਫਿਰ ਮਨ ਵਿੱਚ ਆਇਆ, ਕਿਉਂਕਿ ਲੱਗਦਾ ਸੀ ਕਿ ਜਿਵੇਂ ਜ਼ਖਮ ਜਿਹੜੇ ਨੇ ਠੀਕ ਹੋ ਗਏ ਨੇ, ਸਿੱਤੇ ਹੋਏ ਸਨ। ਤੇ ਗੁਰੂ ਸਾਹਿਬ ਜੀ ਨੇ ਕਮਾਨ ਦੇ ਉੱਤੇ ਚਿੱਲਾ ਝਾੜਦਿਆਂ ਤੇ ਜ਼ੋਰ ਦੀ ਜਦੋਂ ਖਿੱਚਿਆ ਨਾ ਤੀਰ ਨੂੰ, ਤੇ ਉਸ ਵੇਲੇ ਉਹ ਜਿਹੜੇ ਜ਼ਖਮ ਸਿੱਤੇ ਗਏ ਸਨ ਉਹ ਫਿਰ ਫਟ ਗਏ। ਉਸ ਤਰ੍ਹਾਂ ਜਿਵੇਂ ਜ਼ਖਮ ਸੀ ਸਾਰਾ ਖਿਲਰ ਗਿਆ, ਤੇ ਉਸ ਦੇ ਵਿੱਚੋਂ ਫਿਰ ਲਹੂ ਵਗਣਾ ਜਿਹੜਾ ਸੀ ਸ਼ੁਰੂ ਹੋ ਗਿਆ। ਕੁਛ ਲਿਖਾਰੀਆਂ ਨੇ ਲਿਖਿਆ, ਬੰਸਾਵਲੀ ਨਾਮਾਂ ਦਾ ਲਿਖਾਰੀ ਲਿਖਦਾ ਹੈ, ਕਹਿੰਦੇ ਅੱਲੇ ਆਏ ਕਾਹੋ ਕਮਾਨਾ ਕਹਿ ਦਿੱਤੀ ਕਸੀਰ, ਸਭੇ ਮਨਾ ਕਰ ਰਹੇ ਬੇਪਰਵਾਹ ਜਗਦੀਸ਼। ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਹਿ ਵੀ ਰਹੇ ਸਿੱਖ ਮਹਾਰਾਜ ਅਜੇ ਚਿੱਲਾ ਨਾ ਝਾੜੋ, ਅਜੇ ਲੱਗਦਾ ਇਹ ਜਿਹੜੇ ਜ਼ਖਮ ਨੇ ਕੱਚੇ ਨੇ, ਜਿਹੜੇ ਸਿੱਟੇ ਹੋਏ ਨੇ ਨਾ ਜ਼ਖਮ, ਇਹ ਸਤਿਗੁਰੂ ਕੱਚੇ ਨੇ। ਪਰ ਸਤਿਗੁਰੂ ਜੀ ਨੇ ਸਰੀਰ ਦੀ ਕੋਈ ਪਰਵਾਹ ਨਾ ਕੀਤੀ। ਉਸ ਵੇਲੇ ਕੀ ਹੋਇਆ, ਕਹਿੰਦੇ ਜ਼ਖਮ ਗਏ ਖੁੱਲ ਫੁੱਟ ਲਹੂ ਚਲਿਆ, ਸਮਾਂ ਬਹੁਤਾ ਆਏ ਰਹੇ ਨਹੀਂ ਢਲਿਆ। ਪਾਓ ਕਿ ਉਸ ਵੇਲੇ ਲਹੂ ਵਗਣਾ ਸ਼ੁਰੂ ਹੋ ਗਿਆ, ਕਿਉਂਕਿ ਜ਼ਖਮ ਜਿਹੜਾ ਸੀ ਉਹ ਡੂੰਘਾ ਸੀ, ਫੱਟ ਲੱਗੇ ਹੋਏ ਜਿਹੜੇ ਸਨ ਉਹ ਸਿੱਟੇ ਹੋਏ ਧਾਗ ਜਿਹੜਾ ਸਨ ਉਹ ਖੁੱਲ ਗਿਆ, ਟਾਕੇ ਜਿਹੜੇ ਸਨ ਖੁੱਲ ਗਏ ਸਾਰੇ। ਹੁਣ ਸਤਿਗੁਰੂ ਜੀ ਨੇ ਕਿਹਾ ਵੀ ਹੁਣ ਅਸੀਂ ਜਾਣਾ। ਸਤਿਗੁਰੂ ਨੇ ਕਿਹਾ ਅਸੀਂ ਚਲੇ ਜਾਣਾ। ਫਿਰ ਉਸ ਵੇਲੇ ਕਹਿੰਦੇ ਦੋਏ ਜਾਮ ਰਹਿਣ ਗਈ ਤਾਂ ਤਿਆਰੀ ਵਜਾਈ, ਸਿੱਖਾਂ ਹੱਥ ਜੋੜ ਕਰ ਬੇਨਤੀ ਪੁਛਾਈ। ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਵੀ ਤੁਸੀਂ ਕਹਿੰਦੇ ਮੈਂ ਚਲੇ ਜਾਣਾ ਹੈ, ਆਓ ਕਿ 2 ਜਾਮ ਰਾਤ ਚਲੀ ਗਈ, 2 ਪਹਿਰ ਚਲੇ ਗਏ ਨੇ, 2 ਪਹਿਰ ਰਹਿੰਦੇ ਹਾਂ। ਆਓ ਕਿ ਰਾਤ ਦੇ 12 ਵੱਜ ਗਏ ਨੇ, ਪਹਿਲਾ ਪਹਿਰ ਤੇ ਦੂਜਾ ਪਹਿਰ ਚਲਾ ਗਿਆ। ਅੱਧੀ ਰਾਤ ਹੀ ਸਾਰੇ ਸਿੱਖ ਉੱਠ ਖਲੋਤੇ ਹਨ। ਜਦੋਂ ਸਤਿਗੁਰੂ ਨੇ ਕਿਹਾ ਵੀ ਸਾਡੀ ਤਿਆਰੀ ਅਸੀਂ ਜਾਣਾ, ਤੇ ਸਿੱਖ ਸਾਰੇ ਉੱਠ ਗਏ ਨੇ। ਉੱਠ ਕੇ ਗੁਰੂ ਸਾਹਿਬ ਜੀ ਦੇ ਕੋਲ ਬੈਠੇ, ਆਪੋ ਆਪਣੇ ਸਵਾਲ ਪੁੱਛ ਰਹੇ ਨੇ। ਕਹਿੰਦੇ ਨੇ ਦੋਏ ਜਾਮ ਰਹਿਣ ਗਈ ਤਾਂ ਤਿਆਰੀ ਵਜਾਈ, ਸਿੱਖਾਂ ਹੱਥ ਜੋੜ ਕਰ ਬੇਨਤੀ ਪੁਛਾਈ। ਗਰੀਬ ਨਿਵਾਜ ਸਿੱਖ ਸੰਗਤ ਹੈ ਤੇਰੀ, ਇਸ ਦਾ ਕੀ ਹਵਾਲ। ਗੁਰੂ ਮਹਾਰਾਜ ਇਹ ਸਿੱਖ ਸੰਗਤ ਤੁਹਾਡੀ, ਇਸ ਦਾ ਕੀ ਹੋਏਗਾ। ਇਸ ਨੂੰ ਕਿਸ ਦੇ ਹਵਾਲੇ ਕਰਕੇ ਚੱਲੇ ਹੋ। ਹੁਣ ਹਰ ਇੱਕ ਸਿੱਖ ਆਪਣੇ ਆਪਣੇ ਵੱਲੋਂ ਬੇਨਤੀਆਂ ਮਹਾਰਾਜ ਨੂੰ ਕਰ ਰਹੇ ਨੇ, ਕਿਉਂਕਿ ਸਤਿਗੁਰੂ ਕਿਹਾ ਸੀ ਹੁਣ ਚਲੇ ਹੀ ਜਾਣਾ, ਰਹਿਣਾ ਨਹੀਂ ਇੱਥੇ। ਸਤਿਗੁਰੂ ਜੀ ਨੇ ਜਦੋਂ ਇਹ ਗੱਲ ਆਖੀ
ਵੀ ਅਸੀਂ ਚਲੇ ਜਾਣਾ ਹੈ। ਤੇ ਸਿੱਖ ਪੁੱਛਦੇ ਨੇ, ਮਹਾਰਾਜ ਗਰੀਬ ਨਿਵਾਜ ਪਾਤਸ਼ਾਹ ਗੱਲ ਦੱਸੋ, ਇਹ ਸੰਗਤ ਆਪ ਜੀ ਦੀ, ਇਸ ਦਾ ਕੀ ਹੋਏਗਾ? ਤੇ ਮਾਲਕ ਨੇ ਬਚਨ ਕੀਤਾ, ਗ੍ਰੰਥ ਹੈ ਗੁਰੂ ਲੜ ਪਕੜੋ ਅਕਾਲ। ਸਦੋਂ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਦਿੱਤੀ ਹੈ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੱਦੀ ਦੇ ਦਿੱਤੀ ਹੈ। ਤੁਹਾਡਾ ਗੁਰੂ ਹੁਣ ਗੁਰੂ ਗ੍ਰੰਥ ਸਾਹਿਬ ਹੈ। ਇੱਕ ਵਾਰੀ ਉਚਾਰਨ ਕਰੋ, ਸਤਨਾਮ। ਤੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੋ। ਬਚਨ ਕੀਤਾ, ਗ੍ਰੰਥ ਹੈ ਗੁਰੂ ਲਗੜ ਪਕੜੋ ਅਕਾਲ। ਕਹਿੰਦੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜੋ, ਵਾਹਿਗੁਰੂ ਜੀ ਦੇ ਚਰਨਾਂ ਨਾਲ ਜੁੜੋ। ਇਸ ਤਰ੍ਹਾਂ ਸਿੱਖ ਹੁਣ ਜੋ ਗੁਰੂ ਸਾਹਿਬ ਜੀ ਨੇ ਜਦੋਂ ਕਿਹਾ ਹੁਣ ਅਸੀਂ ਸਵੇਰ ਹੋਣੀ ਹੈ ਤੇ ਚਲੇ ਜਾਣਾ, ਹੁਣ ਸਿੱਖ ਬੈਠੇ ਨੇ ਸਾਰੇ ਬੇਵਲ ਨੇ। ਦੇਖੋ ਉਹ ਕੈਸਾ ਵਕਤ ਹੋਏਗਾ। ਮੈਂ ਸੋਚ ਰਿਹਾ ਸੀ ਵੀ ਜਿਸ ਗੁਰੂ ਦੇ ਚਰਨਾਂ 'ਚ ਸਿੱਖ ਰਹਿ ਕੇ ਜੀਵਨ ਦਾਨ ਲਿਆ ਹੋਵੇ, ਸਿੱਖੀ ਦਾਨ ਲਿਆ ਹੋਵੇ, ਰਹਿਣ ਦਾ ਸਲੀਕਾ ਰਿਹਾ ਹੋਵੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਸੀ, ਪਹਿਚਾਣਦਾ ਨਹੀਂ ਸੀ, ਜਿਸ ਗੁਰੂ ਤੋਂ ਉਹਨਾਂ ਨੂੰ ਸਰਦਾਰੀ ਮਿਲੀ ਹੋਵੇ, ਅੱਜ ਉਹ ਗੁਰੂ ਅੱਖਾਂ ਦੇ ਸਾਹਮਣੇ ਤੋਂ ਜਾ ਰਿਹਾ ਹੈ। ਜਿਸ ਨੇ ਸਰਦਾਰੀ ਦਿੱਤੀ ਹੋਵੇ, ਜਿਹਨੇ ਬਾਦਸ਼ਾਹੀ ਦਿੱਤੀ ਹੋਵੇ, ਜਿਹੜੇ ਲੋਕ ਕਹਿੰਦੇ ਸਨ ਚਿੜੀ ਉੜੇ ਤੋਂ ਹਮ ਡਰ ਜਾਏ, ਦੁਸ਼ਮਣ ਸੇ ਕੈਸੇ ਲੜ ਪਾਏ, ਅੱਜ ਉਹਨਾਂ ਨੂੰ ਐਡਾ ਬਹਾਦਰ ਬਣਾ ਦਿੱਤਾ ਉਸ ਗੁਰੂ ਨੇ। ਅੱਜ ਉਹ ਗੁਰੂ ਸਰੀਰ ਕਰਕੇ ਜਾ ਰਿਹਾ। ਅਸੀਂ ਬੇਨਤੀ ਕਰਾਂ, 1% ਨਹੀਂ ਸਮਝ ਸਕਦੇ ਉਸ ਚੀਜ਼ ਨੂੰ, ਪਰ ਜਿਹੜੇ ਸਿੱਖ ਉਸ ਵੇਲੇ ਨਾਲ ਵਿਚਰੇ ਹੋਣਗੇ, ਮੈਂ ਕਹਿੰਦਾ ਕਿ ਉਹਨਾਂ ਨੂੰ ਅੱਜ ਸਤਿਗੁਰ ਦੇ ਜਾਣ ਦਾ ਕਿਤਨਾ ਗਮ ਹੋਏਗਾ। ਕੇਵਲ 42 ਸਾਲ ਦੀ ਆਰਜ਼ਾ ਸੀ ਜਦੋਂ ਸਤਿਗੁਰੂ ਜੀ ਸੰਸਾਰ ਤੋਂ ਜਾਣ ਲੱਗੇ ਨੇ। ਕੋਈ ਬਹੁਤੀ ਉਮਰ ਨਹੀਂ ਹੈ, 42 ਸਾਲ ਦੀ ਉਮਰ। ਔਰ 42 ਸਾਲ ਦੀ ਉਮਰ ਵਿੱਚ ਐਡੇ ਵੱਡੇ ਕਾਰਨਾਮੇ। 9 ਸਾਲ ਦੀ ਉਮਰ ਦੇ ਵਿੱਚ ਪਿਤਾ ਨੂੰ ਤੋੜ ਦੇਣਾ, ਫਿਰ ਜੋ 14 ਜੰਗਾਂ ਕਰਨੀਆਂ ਸਤਿਗੁਰੂ ਜੀ ਨੇ, ਖਾਲਸਾ ਪੰਥ ਸਾਜਣਾ, ਇਹ ਸਾਰਾ ਕੁਝ, ਆਪਣੇ ਸਾਹਿਬਜ਼ਾਦਾ ਨੂੰ ਵਾਰ ਦੇਣਾ, ਮਾਤਾ ਜੀ ਨੂੰ ਵਾਰ ਦੇਣਾ, ਸਭ ਕੁਝ ਆਪ ਜੀ ਦੇ ਅੱਖਾਂ ਦੇ ਸਾਹਮਣੇ। ਫਿਰ ਗੁਰੂ ਗ੍ਰੰਥ ਸਾਹਿਬ ਜੀ ਦੀ ਦੁਬਾਰਾ ਸੰਪਾਦਨਾ ਕਰ ਦੇਣੀ। ਇਹ ਕਾਰਜ ਸਤਿਗੁਰ ਨੇ ਕੀਤੇ, ਐਡੇ ਵੱਡੇ ਕਾਰਜ। ਹੁਣ ਦੇਖੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਉਸ ਵੇਲੇ ਜਦੋਂ ਕਹਿ ਰਹੇ ਨੇ ਮੈਂ ਹੁਣ 2 ਜਾਮ ਸਮਾਂ ਰਹਿ ਗਿਆ, ਮੈਂ ਚਲੇ ਜਾਣਾ, ਸਾਰੀ ਸੰਗਤ ਉੱਠ ਕੇ ਬੈਠੀ ਹੋਈ ਹੈ, ਕਿਸੇ ਨੂੰ ਨੀਂਦ ਨਹੀਂ ਆ ਰਹੀ। ਕਿਉਂਕਿ ਜਿਨ੍ਹਾਂ ਨੇ ਸਤਿਗੁਰੂ ਜੀ ਦਾ ਨਿਗ ਮਾਣਿਆ, ਸਤਿਗੁਰੂ ਜੀ ਦਾ ਪਿਆਰ ਮਾਣਿਆ, ਉਹਨਾਂ ਦੇ ਮਿੱਠੇ ਬੋਲਾਂ ਨੂੰ ਸੁਣਿਆ, ਉਹਨਾਂ ਦੀ ਬਾਣੀ ਨੂੰ ਸੁਣਿਆ, ਉਹਨਾਂ ਦੀ ਵਿਚਾਰਧਾਰਾ ਨੂੰ ਸੁਣਿਆ, ਉਹ ਫਿਰ ਆਪਣੇ ਆਪਣੇ ਵੱਲੋਂ ਬੇਨਤੀਆਂ ਸਤਿਗੁਰੂ ਨੂੰ ਕਰਦੇ ਨੇ ਵੀ ਸੱਚੇ ਪਾਤਸ਼ਾਹ। ਤੇ ਸਤਿਗੁਰੂ ਜੀ ਨੇ ਜਦੋਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਜੁੜੋ, ਕਿਉਂਕਿ ਜੋ ਸਿੱਖ ਸਿੱਖੀ ਕੇ ਕਰਮ ਕਮਾਸੀ, ਸੋ ਗੁਰੂਪੁਰੀ ਵਿੱਚ ਵਾਸਾ ਪਾਸੀ। ਸਤਿਗੁਰੂ ਜੀ ਜਿਵੇਂ ਸਤਿਗੁਰ ਬਚਨ ਕਰਦੇ, ਸਿੱਖ ਤੇ ਸਤਿਗੁਰ ਨੇ ਕਿਹਾ ਵੀ ਜਿਹੜਾ ਸਿੱਖ ਸਿੱਖੀ ਦੇ ਕਰਮ ਕਮਾਏਗਾ ਨਾ, ਉਸਨੂੰ ਗੁਰੂ ਦੀ ਪੁਰੀ ਵਿੱਚ ਹੀ ਵਾਸਾ ਮਿਲੇਗਾ। ਕਿਉਂਕਿ 10ਵਾਂ ਪਾਤਸ਼ਾਹ ਗੱਦੀ ਗੁਰਿਆਈ ਦੀ ਗੁਰੂ ਗ੍ਰੰਥ ਸਾਹਿਬ ਨੂੰ ਦੇ ਗਿਆ। ਅੱਜ ਪ੍ਰਥਕ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਹੈ। ਸੋਕ ਗਿਆ ਜੋ ਗ੍ਰੰਥ ਹੋ ਗਿਆ, ਭਾਵ ਕਿ ਉਹ ਚਲਾ ਜਾਏਗਾ ਜਿਹੜਾ ਗ੍ਰੰਥ ਦੇ ਚਰਨਾਂ ਨੂੰ ਛੱਡ ਦੇਗਾ। ਹੁਣ ਜਦੋਂ ਸਿੱਖਾਂ ਨੇ ਕਿਹਾ ਵੀ ਤੁਸੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜੋ, ਬਚਨ ਕਰ ਦਿੱਤਾ ਮਹਾਰਾਜ ਨੇ, ਤੇ ਸਤਿਗੁਰ ਤੁਹਾਡੇ ਦਰਸ਼ਨ ਕਰਨੇ ਹੋਣ। ਤੇ ਮਹਾਰਾਜ ਨੇ ਉੱਥੇ ਕਿਹਾ ਸੀ, ਕਹਿੰਦੇ ਮੇਰੀ ਆਤਮਾ ਜਿਹੜੀ ਹੈ ਉਹ ਗ੍ਰੰਥ ਵਿੱਚ ਹੈ, ਮੇਰਾ ਸਰੀਰ ਜਿਹੜਾ ਉਹ ਪੰਥ ਵਿੱਚ ਹੈ। ਮੈਂ ਖਾਲਸਾ ਪੰਥ ਸਾਜੇ ਇਸ ਕਰਕੇ ਸੀ ਕਿ ਕੱਲ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣਾ ਪੂਰਨ ਰੂਪ ਆਪਣੇ ਖਾਲਸੇ ਦੇ ਵਿੱਚ ਟਿਕਾ ਦੇ। ਮਹਾਰਾਜ ਆਖਦੇ ਕਿ ਇਹ ਖਾਲਸਾ ਪੰਥ, ਫਿਰ ਤੁਸੀਂ ਵੇਖੋ ਕਿ ਖਾਲਸਾ ਪੰਥ ਤੋਂ ਮੈਂ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਿਆ। ਉਹ ਖਾਲਸਾ ਪੰਥ ਹੀ ਸੀ। ਮੇਰਾ ਮਨ ਕਹਿੰਦਾ ਸੀ ਕਿ ਜਿੱਥੇ ਮੇਰੇ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ ਮੈਦਾਨੇ ਜੰਗ ਵਿੱਚ, ਉਸ ਮੌਤ ਨੂੰ ਮੈਂ ਵੀ ਲੋਚਦਾ ਰਿਹਾ, ਪਰ ਇਹ 5 ਪਿਆਰਿਆਂ ਦਾ ਹੁਕਮ ਸੀ ਕਿ ਮੈਨੂੰ ਉੱਥੋਂ ਆਉਣਾ ਪਿਆ। ਮੈਂ ਉਸ ਦਿਨ 5 ਪਿਆਰਿਆਂ ਨੂੰ ਮੱਥਾ ਟੇਕ ਕੇ ਆਇਆ ਸੀ। ਔਰ ਸਿੱਖੋ ਸੱਚ ਜਾਣਨਾ, ਉਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਚਮਕੌਰ ਸਾਹਿਬ ਦੀ ਗੜੀ ਵਿੱਚ 5 ਪਿਆਰਿਆਂ ਨੂੰ ਮੱਥਾ ਟੇਕਿਆ ਸੀ ਵੀ ਤੁਹਾਡੇ ਹੁਕਮ ਦੇ ਅੱਗੇ ਸਿਜਦਾ। ਤੁਸੀਂ ਕਹਿੰਦੇ ਹੋ, ਵੈਸੇ ਮੇਰਾ ਮਨ ਮੌਤ ਨੂੰ ਬੜਾ ਲੋਚਦਾ, ਮੈਂ ਵੀ ਚਾਹੁੰਦਾ ਵੀ ਕੱਲ ਸਵੇਰ ਹੋਵੇ ਤਾਂ ਜਿਵੇਂ ਮੇਰੇ ਸਾਹਿਬਜ਼ਾਦੇ ਮੈਦਾਨੇ ਜੰਗ ਵਿੱਚ ਜੂਝ ਕੇ ਸ਼ਹੀਦ ਹੋਏ ਨੇ, ਮੈਂ ਵੀ ਸ਼ਹੀਦ ਹੋਣਾ ਚਾਹੁੰਦਾ।
ਕਹਿੰਦੇ ਉਸ ਮੌਤ ਨੂੰ ਮੈਂ ਵੀ ਲੋਚਦਾ ਜੋ ਮੇਰੇ ਸਾਹਿਬਜ਼ਾਦੇ ਜਿਵੇਂ ਸ਼ਹੀਦ ਹੋਏ। ਪਰ ਪੰਜ ਪਿਆਰਿਆਂ ਨੂੰ ਮੱਥਾ ਟੇਕ ਗੁਰੂ ਗੋਬਿੰਦ ਸਿੰਘ ਮਹਾਰਾਜ ਆ ਗਏ। ਸਿੱਖਾਂ ਨੇ ਪੁੱਛਿਆ, ਮਹਾਰਾਜ ਕਹਿੰਦੇ ਤੁਹਾਡੇ ਦਰਸ਼ਨ ਕਹਿੰਦੇ ਪੰਥ ਵਿੱਚ, ਆਪ ਸਾਰਿਆਂ ਦੇ ਵਿੱਚ, ਪੰਜ ਪਿਆਰਿਆਂ ਦੇ ਵਿੱਚ। ਮੇਰਾ ਸਰੀਰ ਪੰਜ ਪਿਆਰਿਆਂ ਵਿੱਚ ਹੈ, ਪੰਥ ਵਿੱਚ ਹੈ, ਹਰ ਇੱਕ ਸਿੱਖ ਵਿੱਚ ਹੈ। ਖੈਰ ਉੱਥੇ ਬਹੁਤ ਸਾਰੀਆਂ ਵਿਚਾਰਾਂ ਹੋਈਆਂ, ਪਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਨੇ ਸਿੱਖਾਂ ਨੂੰ ਕਿਹਾ ਕਿ ਮੈਂ ਪੰਜ ਪਿਆਰਿਆਂ ਦਾ ਪੰਥ ਦਾ ਜਿਹੜਾ ਖਾਲਸਾ ਪੰਥ ਦਾ ਇੱਕ ਰੂਲ ਜਿਹੜਾ ਹੈ ਨਾ, ਉਹ ਮੈਂ ਪਹਿਲਾਂ ਹੀ ਸਥਾਪਿਤ ਕਰ ਦਿੱਤਾ ਹੈ। ਤੁਸੀਂ ਜਦੋਂ ਵੀ ਮੇਰੇ ਦਰਸ਼ਨ ਕਰਨੇ ਨੇ ਖਾਲਸਾ ਪੰਥ ਵਿੱਚ ਪੰਜ ਪਿਆਰਿਆਂ 'ਚ ਕਰਨੇ ਹੈ। ਦੇਖੋ ਹੁਣ ਬਹੁਤ ਸਾਰੇ ਸਿੱਖ ਨੇ, ਇੱਕ ਸਿੱਖ ਮਹਾਰਾਜ ਉੱਠਿਆ, ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਕਿ ਪੰਜ ਪਿਆਰਿਆਂ ਦੇ ਵਿੱਚੋਂ ਮੇਰੇ ਦਰਸ਼ਨ ਹੋਣਗੇ, ਜੇ ਪੰਜ ਪਿਆਰੇ ਕਿਤੇ ਨਾ ਮਿਲਣ, ਸਾਧੂ ਕਹਿੰਦੇ ਚਾਰ ਮਿਲ ਜਾਣ, ਉਹਨਾਂ ਦੇ ਦਰਸ਼ਨ ਕਰ ਲੈਣਾ। ਹੁਣ ਸਿੱਖ ਅੱਗੋਂ ਸਵਾਲ ਕਰਦਾ, ਮਰ ਕਿਤੇ ਐਸੀ ਥਾਂ ਹੋਈ ਚਾਰ ਵੀ ਨਾ ਮਿਲਣ, ਸਾਧੂ ਕਹਿੰਦੇ ਤਿੰਨ ਕਿਤੇ ਮਿਲ ਜਾਣ, ਉਹਨਾਂ ਦੇ ਦਰਸ਼ਨ ਕਰ ਲੈਣਾ। ਤਿੰਨ ਵੀ ਨਾ ਮਿਲਣ, ਦੋ ਦੇ ਦੋ ਵੀ ਨਾ ਮਿਲੇ, ਇੱਕ ਦੇ ਮਹਾਰਾਜ ਇੱਕ ਵੀ ਨਾ ਮਿਲੇ ਕਿਤੇ। ਐਸਾ ਵਕਤ ਹੋਵੇ ਜਿੱਥੇ ਇੱਕ ਵੀ ਕੋਈ ਖਾਲਸਾ ਨਾ ਮਿਲੇ, ਔਰ ਦਿਲ ਕਰੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕਰਨੇ ਨੇ, ਉਸ ਸਰੀਰ ਦੇ ਦਰਸ਼ਨ ਕਰਨੇ ਨੇ, ਜਿਸ ਸਰੀਰ ਨੇ ਸਿੱਖਾਂ ਦੇ ਅੰਦਰ ਐਡੀ ਵੱਡੀ ਕ੍ਰਾਂਤੀ ਖੜੀ ਕਰ ਦਿੱਤੀ, ਔਰ ਜਿਸ ਗੁਰੂ ਨੇ ਉਹਨਾਂ ਲੋਕਾਂ ਦੇ ਨਾਲ ਲੜਾ ਦਿੱਤਾ ਜਿਹੜੇ ਲੋਕ ਪੁਰਾਤਨ ਹਥਿਆਰ ਪ੍ਰਤਿਆਰ ਸਨ, ਜਿਹੜੇ ਆਪਣੇ ਆਪ ਨੂੰ ਤਲਵਾਰ ਦੇ ਔਰ ਹਥਿਆਰ ਦੇ ਮਾਹਿਰ ਸਮਝਦੇ ਸਨ। ਦੇਖੋ ਇੱਕ ਪਾਸੇ ਉਹ ਲੋਕ ਨੇ ਜਿਹੜੇ ਕਿ ਸਦੀਆਂ ਸਦੀਆਂ ਤੋਂ ਜਿਨ੍ਹਾਂ ਦੇ ਪੁਰਖੇ ਜਿਹੜੇ ਨੇ ਉਹ ਤਲਵਾਰਾਂ ਵਗਾਉਂਦੇ ਆ ਰਹੇ ਨੇ, ਚਲਾਉਂਦੇ ਆ ਰਹੇ ਨੇ। ਇੱਕ ਉਹ ਨੇ ਜਿਨ੍ਹਾਂ ਨੂੰ ਚੱਕੂ ਫੜਨ ਦਾ ਵੀ ਅਧਿਕਾਰ ਨਹੀਂ ਹੈ, ਕਰਦ ਫੜਨ ਦਾ ਵੀ ਅਧਿਕਾਰ ਨਹੀਂ ਸੀ, ਪਰ ਉਹਨਾਂ ਦੇ ਹੱਥ ਵਿੱਚ ਕਿਰਪਾਨਾਂ ਫੜਾ ਕੇ ਔਰ ਉਹਨਾਂ ਦਾ ਮੁਕਾਬਲਾ ਕਰਾ ਦੇਣਾ। ਤੁਸੀਂ ਦੇਖੋ ਕਿਤੇ ਇਤਿਹਾਸ ਦੀ ਵਿਲੱਖਣਤਾ। ਇੱਕ ਉਹ ਨੇ ਜਿਨ੍ਹਾਂ ਦੇ ਪੁਰਖੇ ਲੜਦੇ ਆ ਰਹੇ ਨੇ ਸਦੀਆਂ ਸਦੀਆਂ ਤੋਂ, ਜਿਨ੍ਹਾਂ ਦੇ ਹੱਥ ਵਿੱਚ ਹਮੇਸ਼ਾ ਤਲਵਾਰ ਰਹੀ, ਪਰ ਇੱਕ ਉਹ ਨੇ ਜਿਨ੍ਹਾਂ ਨੇ ਕਦੀ ਤਲਵਾਰ ਵਾਲਾ ਕਰਦ ਵੀ ਨਹੀਂ ਫੜੀ। ਇੱਕ ਅਨਟ੍ਰੇਨਡ ਨੇ, ਇੱਕ ਟ੍ਰੇਨਡ ਨੇ, ਔਰ ਗੁਰੂ ਦੀ ਅਸੀਸ ਨੇ ਅਨਟ੍ਰੇਨਡ ਜਿਹੜੇ ਲੋਕ ਨੇ ਉਹਨਾਂ ਨੇ ਜਿੱਤ ਪਾਈ ਟ੍ਰੇਨਡ ਲੋਕਾਂ ਦੇ ਉੱਤੇ। ਇਹ ਗੁਰੂ ਦੀ ਕਰਾਮਾਤ ਹੈ, ਇਹ ਗੁਰੂ ਸਾਹਿਬ ਜੀ ਦੀ ਖੇਡ ਹੈ। ਇਸ ਤਰੀਕੇ ਦੇ ਨਾਲ ਸਿੱਖਾਂ ਨੇ ਆਪਣੇ ਆਪਣੇ ਵੱਲੋਂ ਬੇਨਤੀਆਂ ਕੀਤੀਆਂ ਤੇ ਏਕ ਦਿਵਸ ਕਾਰਨ ਤੇ ਆਗੇ ਮਿਲ ਕੇ ਸਿੰਘ ਪੁੱਛਨੇ ਲਾਗੇ, ਕਵਨ ਰੂਪ ਆਪਨ ਪ੍ਰਭ ਕੀਨੋ ਤਿਨ ਕੋ ਜਵਾਬ ਇਹ ਭਾਂਤ ਦੀਨੋ। ਕਹਿੰਦੇ ਤਾਹੇ ਸਮੇਂ ਗੁਰ ਬੈਨ ਸੁਣਾਇਓ, ਖਾਲਸ ਆਪਣਾ ਰੂਪ ਬਤਾਇਓ। ਉਸ ਵੇਲੇ ਕਿਹਾ ਵੀ ਮੇਰਾ ਰੂਪ ਜਿਹੜਾ ਖਾਲਸਾ ਹੀ ਹੈ। ਔਰ ਗੱਲ ਰਹੀ ਵੀ ਖਾਲਸਾ ਕੋਈ ਵੀ ਨਜ਼ਰ ਨਾ ਆਵੇ ਤਾਂ ਆਪਣੇ ਆਪ ਨੂੰ ਤਿਆਰ ਕਰਕੇ ਜਦੋਂ ਤੁਸੀਂ ਸ਼ੀਸ਼ੇ ਦੇ ਸਾਹਮਣੇ ਕਰੋ ਨਾ, ਤਾਂ ਉਸ ਵੇਲੇ ਤੁਹਾਨੂੰ ਮੇਰਾ ਰੂਪ ਨਜ਼ਰ ਆਏਗਾ। ਵੇਖਣਾ ਕਿਸ ਦਿਨ ਦਰਪਣ ਨੂੰ, ਸ਼ੀਸ਼ੇ ਨੂੰ, ਉਸ ਦਿਨ ਕਹਿੰਦੇ ਨੇ ਤੁਸੀਂ ਮੇਰੇ ਰੂਪ ਨੂੰ ਵੇਖੋਗੇ, ਮੈਂ ਆਪਣਾ ਰੂਪ ਤੁਹਾਨੂੰ ਦੇ ਚੱਲਿਆ, ਆਪਣੀ ਆਇਡੈਂਟੀ ਆਪਣੀ ਪਹਿਚਾਨ ਤੁਹਾਨੂੰ ਦੇ ਚੱਲੇ। ਗੁਰੂ ਸਾਹਿਬ ਜੀ ਨੇ ਬੜੀ ਕਿਰਪਾ ਕੀਤੀ। ਦੇਖੋ ਦੁਨੀਆ ਦੇ ਵਿੱਚ ਪਹਿਲਾਂ ਵੀ ਗੁਰੂ ਹੋਏ, ਉਹ ਆਪਣੇ ਡੇਰੇ ਜ਼ਰੂਰ ਛੱਡ ਜਾਂਦੇ ਸਨ, ਪਰ ਆਪਣਾ ਰੂਪ ਦੇ ਕੇ ਨਹੀਂ ਜਾਂਦੇ। ਕਿਸੇ ਨੂੰ ਮੱਥੇ ਨਹੀਂ ਸੀ ਟੇਕ ਕੇ ਜਾਂਦੇ ਵੀ ਮੈਂ ਇਸ ਚੇਲੂ ਨੂੰ ਮੱਥਾ ਟੇਕ ਰਿਹਾ, ਉਦੋਂ ਮਰਨ ਤੋਂ ਬਾਅਦ ਹੀ ਕੋਈ ਕਬਜ਼ੇ ਕਰਦੇ ਹੁੰਦੇ ਸੀ, ਜਿਉਂਦੇ ਜੀ ਨਹੀਂ, ਮਰਨ ਤੋਂ ਬਾਅਦ ਕਬਜ਼ੇ ਹੁੰਦੇ ਸਨ ਪ੍ਰੋਪਰਟੀਆਂ ਤੋਂ। ਕਈ ਚੇਲੇ ਬਣ ਜਾਂਦੇ ਸਨ, ਆਪਸ 'ਚ ਲੜਦੇ ਸੀ ਵੀ ਅਸੀਂ ਗੁਰੂ ਬਣਨਾ ਤੇ ਅਸੀਂ ਬਣਨਾ, ਅਸੀਂ ਜ਼ਿਆਦਾ ਸੇਵਾ ਕੀਤੀ, ਦੂਜਾ ਕਹਿੰਦਾ ਸੀ ਅਸੀਂ ਵੱਧ ਸੇਵਾ ਕੀਤੀ ਹੈ। ਗੁਰੂ ਸਾਹਿਬ ਨੇ ਐਸਾ ਨਹੀਂ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਨੇ ਤਾਹੇ ਸਮੇਂ ਗੁਰ ਬੈਨ ਸੁਣਾਇਓ, ਖਾਲਸ ਆਪਨ ਰੂਪ ਬਤਾਇਓ। ਕਹਿੰਦੇ ਖਾਲਸਾ ਹੀ ਹੈ ਮਮ ਕਾਮਾ, ਖਾਲਸੇ ਕੋ ਬਖਸ਼ ਦਿਓ ਜਾਮਾ। ਕਹਿੰਦੇ ਖਾਲਸਾ ਹੀ ਮੇਰਾ ਕੰਮ ਸੀ ਤੇ ਖਾਲਸੇ ਨੂੰ ਮੈਂ ਜਾਮਾ ਬਖਸ਼ ਦਿੱਤਾ ਆਪਣਾ। ਚਮਕੌਰ ਸਾਹਿਬ ਦੇ ਵਿੱਚ ਸੰਗਤ ਸਿੰਘ ਨੂੰ ਆਪਣਾ ਜਾਮਾ ਬਖਸ਼ ਕੇ ਗਏ ਸੀ ਸਤਿਗੁਰੂ, ਆਪਣੀ ਪੋਸ਼ਾਕ, ਇੱਥੇ ਤੱਕ ਪੱਗ ਤੇ ਕਲਗੀ ਤੱਕ ਬਖਸ਼ ਗਏ ਸਨ ਸਤਿਗੁਰੂ। ਉਹ ਸਿੱਖੋ ਅਸੀਂ ਤਾਂ ਗੁਰੂ ਸਾਹਿਬ ਜੀ ਦੇ ਪੱਗ ਵੱਟ ਭਰਾ ਹਾਂ, ਕਦੀ ਅਸੀਂ ਸੋਚਿਆ ਨਹੀਂ ਹੋਣਾ। ਗੁਰੂ ਨੇ ਸਾਨੂੰ ਆਪਣੇ ਪੱਗ ਵੱਟ ਭਰਾ ਬਣਾਇਆ। ਜੇ ਤੁਸੀਂ ਖਾਲਸੇ ਹੋ ਨਾ, ਫਿਰ ਸਾਧੂ ਕਹਿੰਦੇ ਤੁਸੀਂ ਮੇਰੇ ਪੱਗ ਵੱਟ ਭਰਾ ਹੋ, ਮੇਰੇ ਭਰਾ ਦੀ ਤਰ੍ਹਾਂ ਮੈਂ ਆਪਣੀ ਪੱਗ ਵੀ ਤੁਹਾਡੇ ਨਾਲ ਵਟਾ ਲਈ। ਸੰਗਤ ਸਿੰਘ ਦੇ ਨਾਲ ਪੱਗ ਵਟਾਈ ਸੀ, ਕਲਗੀ ਦਿੱਤੀ, ਆਪਣੇ ਜਾਮਾ ਦਿੱਤਾ,
ਮੈਂ ਕਹਿੰਦਾ ਕਮਾਲ ਹੈ ਸਤਿਗੁਰੂ। ਮਹਾਰਾਜ ਕਹਿਣ ਲੱਗੇ, ਕਹਿੰਦੇ ਖਾਲਸੇ ਹੀ ਹੈ ਮਮ ਕਾਮਾ, ਬਖਸ਼ ਦਿਓ ਖਾਲਸੇ ਕੋ ਜਾਮਾ। ਕਹਿੰਦੇ ਨੇ ਮੈਂ ਖਾਲਸੇ ਨੂੰ ਆਪਣਾ ਜਾਮਾ ਬਖਸ਼ਿਸ਼ ਕਰ ਦਿੱਤਾ। ਔਰ 3 ਰੂਪ ਹੈ ਮੋਹਿ ਕੇ, ਸੁਨੋ ਨੰਦ ਚਿਤ ਲਾਏ, ਨਿਰਗੁਣ ਸਰਗੁਣ ਗੁਰ ਸ਼ਬਦ ਕਹੋ ਤੋਏ ਸਮਝਾਏ। ਸਿੱਖਾਂ ਨੇ ਕਿਹਾ ਮਹਾਰਾਜ ਤੁਹਾਡੇ ਨਾਲ ਗੱਲਾਂ ਬਾਤਾਂ ਕਰਨੀਆਂ ਹੋਣ। ਦੇਖੋ ਹੁਣ ਗੱਲਾਂ ਬਾਤਾਂ ਚੱਲ ਰਹੀਆਂ, ਜਿਵੇਂ ਅੱਜ ਗੱਲਾਂ ਹੋ ਰਹੀਆਂ ਨੇ। ਮਹਾਰਾਜ ਹੁਣ ਤੁਸੀਂ ਚਲੇ ਜਾਣਾ, ਤੁਹਾਡੇ ਨਾਲ ਗੱਲਾਂ ਬਾਤਾਂ ਚੱਲ ਰਹੀਆਂ ਨੇ, ਕਦੀ ਚਿੱਤ ਕਰੇ ਤੁਹਾਡੇ ਨਾਲ ਗੱਲ ਕਰਨੀ ਹੈ। ਅੱਗੇ ਤੇ ਤਾਂ ਕੋਈ ਗੱਲ ਹੁੰਦੀ ਸੀ ਤੁਹਾਡੇ ਨਾਲ ਸਾਂਝੀ ਕਰ ਲੈਂਦੇ ਸੀ। ਪਿਆਰ ਵਾਲਿਓ, ਸੱਚ ਜਾਣਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਕਹਿੰਦੇ ਸੱਚ ਇਹ ਹੈ, ਠੀਕ ਹੈ ਤੁਸੀਂ ਮੇਰੇ ਨਾਲ ਗੱਲ ਕਰਨੀ ਹੈ। ਕਹਿੰਦੇ ਦੂਸਰ ਰੂਪ ਗ੍ਰੰਥ ਦੀ ਜਾਨ, ਉਨਕੈ ਸੰਗ ਮੇਰੋ ਕਰਮਾਨ। ਵੀ ਮੇਰਾ ਦੂਜਾ ਰੂਪ ਨਾ ਗੁਰੂ ਗ੍ਰੰਥ ਸਾਹਿਬ ਜੀ ਨੇ। ਮੇਰਾ ਦੂਜਾ ਰੂਪ ਗੁਰੂ ਗ੍ਰੰਥ ਸਾਹਿਬ ਜੀ ਨੇ, ਤੇ ਉਨਕੈ ਸੰਗ ਮੇਰੋ ਕਰਮਾਨ। ਇਹ ਸਮਝੋ ਕਿ ਮੇਰੀ ਥਾਂ ਤੇ ਉਹ ਹੁਣ ਅੱਗੇ ਤੁਹਾਡੇ ਗੁਰੂ ਨੇ। ਤੇ ਫਿਰ ਕਹਿਣ ਲੱਗੇ ਜੋ ਸਿੱਖ ਗੁਰੂ ਦਰਸ਼ਨ ਕੀ ਚਾਹੇ, ਦਰਸ਼ਨ ਕਰੇ ਗ੍ਰੰਥ ਜੀ ਆਏ। ਜਿਹੜੇ ਸਿੱਖ ਨੂੰ ਮੇਰੇ ਦਰਸ਼ਨਾਂ ਦੀ ਚਾਹਤ ਹੈ ਨਾ, ਕਿ ਤੁਹਾਡੇ ਦਰਸ਼ਨ ਦੇਖਣੇ, ਤੇ ਗੁਰੂ ਗ੍ਰੰਥ ਸਾਹਿਬ ਦੇ ਆ ਕੇ ਦਰਸ਼ਨ ਕਰ ਲਵੇ। ਕਹਿੰਦੇ ਜੋ ਸਿੱਖ ਮਮ ਸਾਥ ਚਾਹੇ ਕਰ ਬਾਤ। ਜਿਹੜਾ ਸਿੱਖ ਮੇਰੇ ਨਾਲ ਗੱਲ ਕਰਨੀ ਚਾਹੁੰਦਾ ਹੈ, ਕਹਿੰਦੇ ਗ੍ਰੰਥ ਦੀ ਪੜ੍ਹੇ ਵਿਚਾਰੇ ਸਾਥ। ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੇ ਨਾਲ ਵਿਚਾਰੇ। ਸਮਝ ਲਓ ਮੇਰੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਉਹ ਸਿੱਖ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਗੱਲਾਂ ਬਾਤਾਂ ਕਰ ਰਿਹਾ। ਜੋ ਮੁਝ ਬਚਨ ਸੁਣਨ ਕੀ ਚਾਹੇ, ਗ੍ਰੰਥ ਜੀ ਪੜਾ ਸੁਣਿਆ ਚਿਤ ਲਾਏ। ਜਿਹੜਾ ਮੇਰੇ ਬਚਨ ਸੁਣਨੇ ਦੀ ਚਾਹਤ ਰੱਖਦਾ, ਵੀ ਸਤਿਗੁਰ ਤੁਹਾਡੇ ਬਚਨ ਬੜੇ ਸੁੱਖ ਦਿੰਦੇ ਨੇ, ਬੜੇ ਪਿਆਰੇ ਮਿੱਠੇ ਬਚਨ ਨੇ, ਤਾਂ ਗੁਰੂ ਸਾਹਿਬ ਕਹਿਣ ਲੱਗੇ ਫਿਰ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ ਚਿੱਤ ਲਾ ਕੇ ਸੁਣੋ ਤੇ ਪੜ੍ਹੋ। ਸਮਝ ਲਓ ਤੁਸੀਂ ਕਿ ਮੇਰੇ ਬਚਨ ਸੁਣ ਰਹੇ ਹੋ। ਕਿ ਤੁਸੀਂ ਕਹੋ ਨਾ, ਕਿਉਂਕਿ ਸਿੱਖਾਂ ਨੇ ਇਹ ਸਾਰੀ ਗੱਲਾਂ ਰੱਖੀਆਂ। ਮਹਾਰਾਜ ਬਚਨ ਸੁਣਨ ਦਾ ਚਿੱਤ ਕਰੇ, ਕਦੇ ਤੁਹਾਡੇ ਨਾਲ ਗੱਲ ਕਰਨੀ ਹੋਵੇ, ਤੁਹਾਡੇ ਦਰਸ਼ਨ ਕਰਨੇ ਹੋਣ, ਤੁਹਾਡਾ ਦੀਦਾਰ ਕਰਨਾ ਹੋਵੇ, ਤੁਹਾਡੇ ਵਰਗਾ ਜੀਵਨ। ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਐਸਾ ਜੀਵਨ ਹੋਵੇ, ਉਹਦਾ ਤਾਂ ਦੀਦਾਰ ਕਰਕੇ ਸੱਚ ਜਾਣਨਾ। ਮਹਾਰਾਜ ਕਹਿੰਦੇ ਸਾਧਕ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਉਹਦਾ ਦਰਸ਼ਨ ਕਰਕੇ ਬੰਦਾ ਨਿਹਾਲ ਹੋ ਜਾਂਦਾ ਹੈ। ਤੇ ਹੁਣ ਸਿੱਖਾਂ ਨੇ ਇਹ ਸਵਾਲ ਰੱਖੇ। ਫਿਰ ਮਹਾਰਾਜ ਕਹਿੰਦੇ ਮੇਰਾ ਰੂਪ ਗ੍ਰੰਥ ਦੀ ਜਾਨ, ਇਸ ਮੈਂ ਭੇਦ ਨਹੀਂ ਕਛਮਾਨ। ਮਹਾਰਾਜ ਕਹਿੰਦੇ ਮੇਰਾ ਜਿਹੜਾ ਰੂਪ ਹੈ ਨਾ, ਉਹ ਗੁਰੂ ਗ੍ਰੰਥ ਸਾਹਿਬ ਜੀ ਹੈ। ਇਹਦੇ ਵਿੱਚ ਕੋਈ ਭੇਦ ਨਹੀਂ। ਮਨ ਮਮ ਆਗਿਆ ਸਭੀ ਸੁਣੋ, ਸਤ ਬਾਤ ਨਿਰਧਾਰ। ਕਹਿੰਦੇ ਮੇਰੀ ਆਗਿਆ ਸਾਰੇ ਫਿਰ ਸੁਣ ਲਓ। ਸਤਿਗੁਰੂ ਕਹਿਣ ਲੱਗੇ ਆਖਿਰ ਵਕਤ, ਵੀ ਜਿਤਨੇ ਤੁਸੀਂ ਬੈਠੇ ਹੋ ਨਾ, ਉਸ ਵੇਲੇ ਕਿਤਨੇ ਬੈਠੇ ਹੋਣਗੇ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ। ਕਹਿੰਦੇ ਮਮ ਆਗਿਆ ਸਭ ਹੀ ਸੁਣੋ, ਮੇਰੀ ਆਗਿਆ ਸਾਰੇ ਸੁਣੋ। ਕੀ ਕਿਹਾ? ਕਹਿੰਦੇ ਸਤ ਬਾਤ ਨਿਰਧਾਰ, ਸ੍ਰੀ ਗੁਰੂ ਗ੍ਰੰਥ ਸਮਝਾਣਿਓ, ਭੇਦ ਨਾ ਕੋ ਵਿਚਾਰ। ਮੈਨੂੰ ਔਰ ਗੁਰੂ ਗ੍ਰੰਥ ਸਾਹਿਬ ਨੂੰ ਇੱਕ ਬਰਾਬਰ ਜਾਣਿਓ। ਕਹਿੰਦੇ ਇਹਦੇ ਵਿੱਚ ਕੋਈ ਭੇਦ ਨਹੀਂ ਹੈ। ਆਓ ਕਿ ਅੱਜ ਤੋਂ ਬਾਅਦ ਖਾਲਸਾ ਪੰਥ ਸਰੀਰਕ ਤੌਰ ਤੋਂ ਲੜੇਗਾ, ਪਰ ਜਿਹੜੀ ਮਾਨਸਿਕ ਤੌਰ ਦਾ, ਆਤਮਿਕ ਤੌਰ ਤੋਂ ਜੋ ਅਗਵਾਈ ਹੈ, ਜੋ ਬਚਨ ਨੇ, ਉਹ ਗੁਰੂ ਗ੍ਰੰਥ ਸਾਹਿਬ ਜੀ ਦ੍ਰਿੜ ਕਰਾਉਣਗੇ ਜੀਵਨ ਜਾਚ। ਇਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਕੇ ਰਹਿਣਾ, ਕਿਉਂਕਿ ਮੇਰੇ ਵਿੱਚ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਫਰਕ ਨਹੀਂ। ਔਰ ਲਾਸਟ ਗੱਲ ਇਹ ਕਹੀ ਸੀ ਸਤਿਗੁਰ ਨੇ ਕਿ ਇਹ ਗੱਲ ਯਾਦ ਰੱਖਿਓ, ਮੋਹ ਮੈਂ ਪ੍ਰਭ ਮੈਂ ਤਾਸ ਮੈਂ, ਰੰਚਕ ਨਾਹੀ ਭੇਦ। ਮੈਂ ਹੁਣ ਤੁਹਾਨੂੰ ਤਿੰਨਾਂ ਨੂੰ ਇੱਕ ਕਰਨ ਲੱਗਿਆ। ਮੇਰੇ ਵਿੱਚ, ਅਕਾਲ ਪੁਰਖ ਵਾਹਿਗੁਰੂ ਵਿੱਚ, ਔਰ ਤੁਹਾਡੇ ਵਿੱਚ ਕੋਈ ਫਰਕ ਨਹੀਂ ਹੈ। ਤੁਸੀਂ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੀ ਰੂਪ। ਇਤਨੀ ਗੱਲ ਕਹਿ ਕੇ ਸਤਿਗੁਰੂ ਜੋਤੀ ਜੋਤ ਸਮਾ ਗਏ। सूरज किरण मिले, जल का जल हुआ राम, ज्योति ज्योत रली संपूर्ण थिया राम। ਉਹ ਗੁਰੂ ਰੁਖਸਤ ਹੋ ਗਿਆ ਸਿੱਖਾਂ ਦੇ ਸਾਹਮਣੇ, ਜਿਸ ਗੁਰੂ ਨੇ ਸਿੱਖਾਂ ਨੂੰ ਜੀਵਨ ਦਾਨ ਦਿੱਤਾ ਸੀ। ਅੱਜ ਸਿੱਖਾਂ ਨੇ ਉਸ ਪਾਵਨ ਸਰੀਰ ਦਾ ਆਪਣੇ ਹੱਥਾਂ ਦੇ ਨਾਲ ਸੰਸਕਾਰ ਕੀਤਾ। ਅੱਜ ਉਹਨਾਂ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਹੈ। ਔਰ ਉਹਨਾਂ ਨੇ ਸਾਨੂੰ ਇਹ ਵਚਨ ਪਹਿਲਾਂ ਹੀ ਦ੍ਰਿੜ ਕਰਾ ਦਿੱਤੇ ਸਨ ਕਿ ਆਗਿਆ ਪਈ ਅਕਾਲ ਕੀ, ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਸੀਂ ਗੁਰੂ ਮੰਨਣਾ, ਅਤੇ ਗੁਰੂ 10ਵੇਂ ਪਾਤਸ਼ਾਹ ਜੀ ਨੇ ਜੋ ਸਾਨੂੰ ਖਾਲਸਾ ਦਾ ਰੂਪ ਦਿੱਤਾ ਹੈ, ਅਸੀਂ ਖਾਲਸਾ ਬਣ ਕੇ ਉਸ ਕੈਟਾਗਰੀ ਵਿੱਚ ਖੜੇ ਹੋਣਾ ਹੈ ਕਿ ਪ੍ਰਭ ਮੈਂ, ਮੋਹ ਮੈਂ, ਤਾਸ ਮੈਂ,
ਰੰਚਕ ਨਾਹੀ ਭੇਦ। ਜਿਵੇਂ ਭਗਤ ਰਵਿਦਾਸ ਜੀ ਨੇ ਕਿਹਾ ਸੀ ਨਾ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਐਸਾ ਸਿੱਖੋ ਆਪਾਂ ਬਣਨਾ ਵੀ ਗੁਰੂ ਤੇਰੇ ਵਿੱਚ ਤੇ ਸਾਡੇ 'ਚ ਕੋਈ ਫਰਕ ਨਹੀਂ। ਜਿਵੇਂ ਭਾਈ ਮਰਦਾਨਾ ਨੇ ਕਿਹਾ ਸੀ ਗੁਰੂ ਨਾਨਕ ਨੂੰ ਕਿ ਬਾਬਾ ਤੇਰੇ ਵਿੱਚ ਤੇ ਮੇਰੇ ਵਿੱਚ ਬਹੁਤਾ ਅੰਤਰ ਨਾ ਹੈ, ਤੂੰ ਰੱਬ ਕਾ ਡੂਮ ਮੈਂ ਤੇਰਾ ਡੂਮ। ਅਸੀਂ ਕਹਿ ਸਕੀਏ ਇਹ ਗੱਲ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੇਰੇ ਵਿੱਚ ਤੇ ਸਾਡੇ ਵਿੱਚ ਕੋਈ ਫਰਕ ਨਹੀਂ, ਤੂੰ ਰੱਬ ਨੂੰ ਗਾਉਂਦਾ ਅਸੀਂ ਤੈਨੂੰ ਗਾਉਂਦੇ, ਤੂੰ ਰੱਬ ਤੋਂ ਮੰਗਦਾ ਅਸੀਂ ਤੇਰੇ ਕੋਲੋਂ ਮੰਗਦੇ ਹਾਂ। ਐਸਾ ਜੀਵਨ ਕਿਰਦਾਰ ਬਣਾਈਏ। ਅੱਜ ਉਹਨਾਂ ਦੇ ਜੋਤੀ ਜੋਤ ਪ੍ਰਵਤਿਤ ਨੇ ਵਚਨ ਪ੍ਰਵਾਨ, ਮੇਰੀਆਂ ਭੁੱਲਾਂ ਮੇਰੀ ਝੋਲੀ ਵਿੱਚ, ਗੁਰੂ ਕੇ ਬਚਨ ਹਿਰਦੇ 'ਚ ਵਸਾਣਾ। ਫਤਿਹ ਦੀ ਸਾਂਝ ਕਰੋ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।